ਜਿਹੜੇ ਡੇਰੇ ਦੇ ਵਿੱਚ ਨੇ ਅਣਗਿਣਤ ਕੰਕਾਲ ਤਾਂ ਮਿਲਣਗੇ। ਉਹ ਅਲੱਗ ਗੱਲ ਹੈ ਵੀ ਲਾਅ ਅਫਸਰ ਜੋ ਕੋਰਟ ਦੇ ਵੱਲੋਂ ਅਪਾਇੰਟਡ ਸੀਗੇ ਉਹਨਾਂ ਨੇ ਉਹ ਖੁਦਾਈ ਨਹੀਂ ਕਰਾ ਕੇ ਦੇਖੀ। ਉਹਨਾਂ ਦੇ ਅੰਗਾਂ ਨੂੰ ਯੂਜ਼ ਕਰਨਾ ਜਾਂ ਉਹਨਾਂ ਦੀ ਸਰੀਰਾਂ ਨੂੰ ਬਾਅਦ ਚ ਵੇਚਣਾ ਜਾਂ ਉਹਨਾਂ ਦੀ ਡੈੱਡ ਬੋਡੀਆਂ ਚੋਂ ਅੰਗ ਕੱਢ ਕੇ ਵੇਚਣਾ, ਇਹ ਇਹਨਾਂ ਦੇ ਬਿਜ਼ਨਸ ਬਣੇ ਪਏ ਸੀਗੇ ਉਸ ਸਮੇਂ। ਉਹਨਾਂ ਨੂੰ ਤਾਂ ਐ ਲੱਗਦਾ ਅਸੀਂ ਮਾਨਵਤਾ ਭਲਾਈ ਦੇ ਕਾਰਨ ਕਰ ਰਹੇ ਹਾਂ, ਅੰਦਰੂਨੀ ਗੱਲ ਕੀ ਹੁੰਦੀ ਹੈ, ਕਿਸ ਰੂਪ ਚ ਉਹਨਾਂ ਦਾ ਸ਼ੋਸ਼ਣ ਹੁੰਦਾ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ। ਉਹਨਾਂ ਨੂੰ ਐ ਹੁੰਦਾ ਵੀ ਅਸੀਂ ਡੋਨੇਸ਼ਨ ਕਰਕੇ ਆਏ, ਇਹ ਚੀਜ਼ਾਂ ਵੇਚਣ ਤੇ ਲੱਗਿਆ ਹੋਇਆ ਸੀ। ਰਣਜੀਤ ਮਰਡਰ ਹੋਇਆ, ਉਹ ਹਰਿਆਣੇ 'ਚ ਹੋਇਆ। ਛਤਰਪਤੀ ਮਰਡਰ ਹੋਇਆ, ਉਹ ਹਰਿਆਣੇ 'ਚ ਹੋਇਆ। ਗੁੰਮਨਾਮ ਚਿੱਠੀ ਆਈ, ਉਹਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਆ ਉਹ ਹਰਿਆਣਾ ਪੁਲਿਸ ਕੋਲੇ ਸੀ। ਇਹ ਸਾਰੇ ਡਿਊਰੇਸ਼ਨ ਦੇ ਦੌਰਾਨ ਹਰਿਆਣਾ ਸਰਕਾਰ ਨੇ ਹਮੇਸ਼ਾ ਕਲੀਨ ਚਿੱਟ ਦਿੱਤੀ, ਜਦਕਿ ਇਹਨਾਂ ਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜੇ ਇੱਕ ਵਾਰ ਇਹ ਪ੍ਰੋਪਰਲੀ ਸਰਸੇ ਪਹੁੰਚ ਜਾਂਦਾ ਹੈ, ਇਹਦੇ ਇੰਨੇ ਅਨੁਯਾਈ ਇਕੱਠੇ ਹੋ ਜਾਣਗੇ ਵੀ ਮੁੜ ਕੇ ਇਹਨੂੰ ਵਾਪਸ ਲਿਜਾਣਾ ਫੇਰ ਮੁਸ਼ਕਿਲ ਹੋ ਜਾਊਗਾ। ਜਿਹਦੇ ਇੱਕ ਇਸ਼ਾਰੇ ਤੇ ਲੋਕ ਦੂਜੇ ਬੰਦੇ ਦਾ ਮਰਡਰ ਕਰ ਦਿੰਦੇ ਤੇ ਇਹ ਐਗਜ਼ਾਮਪਲ ਸੈੱਟ ਕਰ ਚੁੱਕਿਆ ਕਈ ਲੋਕਾਂ ਦੇ ਲਈ, ਬੰਦਾ ਥ੍ਰੈਟਫੁਲ ਸਿਚੁਏਸ਼ਨ ਕ੍ਰੀਏਟ ਕਰ ਚੁੱਕਿਆ। ਫਿਰ ਵੀ ਇਸ ਬੰਦੇ ਨੂੰ ਜੋ ਹੈ ਤੁਸੀਂ ਬਾਰ-ਬਾਰ ਰਿਲੀਜ਼ ਕਰ ਰਹੇ ਹੋ, ਬਾਰ-ਬਾਰ ਬਾਹਰ ਲੈ ਕੇ ਆ ਰਹੇ ਹੋ। ਤੇ ਬੀਜੇਪੀ ਦੀ ਜਿਹੜੀ ਇੱਕ ਤਰੀਕੇ ਦੀ ਚਾਲ ਹੈ, ਹੁਣ ਇਹਨੂੰ ਰਿਲੀਜ਼ ਕਰਨਾ ਕੋਰਟਾਂ ਤੋਂ ਤਾਂ ਨਹੀਂ ਆਰਡਰ ਹੋਏ, ਉਹ ਤਾਂ ਐਡਮਿਨਿਸਟ੍ਰੇਸ਼ਨ ਨੇ ਕੀਤੇ ਨੇ। ਤਾਂ ਐਡਮਿਨਿਸਟ੍ਰੇਸ਼ਨ ਜਿਹੜੀ ਹਰਿਆਣਾ ਸਰਕਾਰ ਦੇ ਅੰਡਰ ਹੈ, 400 ਤੋਂ ਉੱਪਰ ਲੋਕਾਂ ਨੂੰ ਜੋ ਹੈ ਨਪੁੰਸਕ, ਜੋ ਇਹਦੇ ਸ਼ਰਧਾਲੂ ਸੀ ਜਾਂ ਇਹਦੇ ਸਾਧੂ ਸੀ, ਆਪਰੇਸ਼ਨ ਕਰਾ ਕੇ ਉਹਨਾਂ ਨੂੰ ਜੋ ਹੈ ਨਪੁੰਸਕ ਬਣਾ ਦਿੱਤਾ। ਜਿਸ ਰੂਪ ਚ ਬਾਬਾ ਕਹਿੰਦਾ ਸੀ ਵੀ ਇਹ ਮੇਰੀ ਸੇਵਾ ਕਰੂਗੀ, ਇਹ ਮੇਰੀ ਡਾਟਰ ਹੈ, ਇਹਨੂੰ ਮੇਰੇ ਕੋਲੇ ਰਹਿਣ ਦਿਓ, ਉਹ ਸਾਰਾ ਕੁਝ ਮੀਡੀਆ ਦੇ ਵਿੱਚ ਅਵੇਲੇਬਲ ਹੈ, ਜੋ ਵਿਸ਼ਵਾਸ ਨੇ ਸਟੇਟਮੈਂਟਾਂ ਦਿੱਤੀਆਂ ਨੇ। ਤੇ ਉਦੋਂ ਜੋ ਮੌਕੇ ਦੇ ਜੱਜ ਸਾਹਿਬ ਨੇ ਉਹ ਡੇਰਾ ਵਿਜ਼ਿਟ ਕਰਦੇ ਨੇ ਤੇ ਵਾਪਸ ਆ ਕੇ ਰਿਪੋਰਟ ਦੇ ਵਿੱਚ ਕਹਿੰਦੇ ਨੇ ਵੀ ਆਲ ਇਜ਼ ਨਾਟ ਵੈਲ ਇਨ ਡੇਰਾ। ਪਹਿਲਾਂ ਹੀ ਉਹਨਾਂ ਅੱਗੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਇਹ ਫੀਡ ਕਰਨਾ ਸ਼ੁਰੂ ਕੀਤਾ, ਉਹਨਾਂ ਦੇ ਮਾਈਂਡਸ ਨੂੰ ਵਾਸ਼ ਕਰਨਾ ਸ਼ੁਰੂ ਕੀਤਾ ਵੀ ਇਹ ਮੈਂ ਮਾਨਵਤਾ ਭਲਾਈ ਦੇ ਕਾਰਨ ਕਰ ਰਿਹਾ, ਜਿਸ ਕਰਕੇ ਮੇਰੇ ਉੱਤੇ ਮਾਫੀਆ, ਡਰੱਗ ਮਾਫੀਆ, ਫਲਾਨਾ ਹੈ ਧਮਕਾ, ਉਹ ਮੇਰੇ ਨਾਲ ਜੋ ਹੈ ਪੰਗਾ ਲੈਣਾ ਚਾਹੁੰਦੇ ਨੇ। ਮੇਰੇ ਲਾਕਟਾਂ ਨੂੰ ਰੋਲਿਆ ਤਾਂ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੈਂ ਐਂ ਹੀ ਰੋਲੂੰਗਾ। ਇਹ ਪ੍ਰੋਪਰ ਉਹਦੀ ਵਰਡਿੰਗ ਹੈ ਜਿਹੜੀ ਉਹਦੇ ਸ਼ਰਧਾਲੂਆਂ ਦੇ ਬਿਆਨਾਂ ਦੇ ਵਿੱਚ ਪੁਲਿਸ ਨੇ ਰਿਕਾਰਡ ਕੀਤੀ ਹੈ। ਹਾਜ਼ਰੀ ਜੀ, ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਮੈਂ ਗੁਰਪ੍ਰੀਤ ਸੰਧਾਵਾਲੀਆ ਪ੍ਰਾਈਮ ਏਸ਼ੀਆ TV ਤੇ ਖਾਸ ਪੇਸ਼ਕਸ਼ ਲੈ ਕੇ ਹਾਜ਼ਰ ਹਾਂ। ਇਸ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੀ ਗੱਲਬਾਤ ਹੋਏਗੀ ਉਹ ਗੱਲਬਾਤ ਹੋਏਗੀ ਡੇਰਾ ਸਿਰਸਾ ਮੁਖੀ ਦੇ ਨਾਲ ਸੰਬੰਧਿਤ ਹੋਣ ਵਾਲੇ ਕੇਸ, ਉਹਨੂੰ ਮਿਲੀ ਪੈਰੋਲ ਤੋਂ ਬਾਅਦ ਦੁਬਾਰਾ ਅੰਦਰ ਜਾਣਾ ਤੇ ਇਹ ਸਾਰੇ ਕੁਛ ਦੇ ਪਿੱਛੇ ਜੋ ਕੁਛ ਹੁਣ ਤੱਕ ਚੱਲਦਾ ਆ ਰਿਹਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਨੇੜਿਓਂ ਦੇਖਣ ਵਾਲੇ ਐਡਵੋਕੇਟ ਨੇ ਸੁਪਰੀਮ ਕੋਰਟ ਤੋਂ ਸਰਦਾਰ ਰਵਨੀਤ ਸਿੰਘ ਜੋਸ਼ੀ ਹੋਰੀ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹ ਬਹੁਤ ਸਾਰੇ ਕੇਸਿਸ ਪਹਿਲਾਂ ਲੜ ਵੀ ਹਟੇ ਨੇ, ਲੜ ਵੀ ਰਹੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਚੀਜ਼ ਨਾਲ ਨੇੜਿਓਂ ਜੁੜੇ ਹੋਏ ਆ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੋਸ਼ੀ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰਾਈਮ ਏਸ਼ੀਆ TV ਤੇ। ਧੰਨਵਾਦ ਜੀ ਸਾਰਿਆਂ ਦਾ, ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਮੌਕਾ ਦਿੱਤਾ ਦਾਸ ਨੂੰ ਗੱਲ ਕਰਨ ਦਾ। ਜੋਸ਼ੀ ਸਾਹਿਬ, ਸਭ ਤੋਂ ਪਹਿਲਾਂ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਵੀ ਇਸ ਵਕਤ ਜੇ ਚਰਚਾ ਹੈ ਤਾਂ ਉਹ ਇਹ ਹੈ ਕਿ ਵੀ 2015 ਦੇ ਵਿੱਚ ਬੇਅਦਬੀ ਹੁੰਦੀ ਹੈ ਤੇ ਉਸ ਬੇਅਦਬੀ ਦਾ ਲਿੰਕ ਜਿਹੜਾ ਜੀ ਉਹ ਡੇਰਾ ਸਿਰਸਾ ਨਾਲ ਜੁੜਦਾ। ਡੇਰਾ ਮੁਖੀ ਅੰਦਰ ਹੈ, ਜਦੋਂ ਹੀ ਉਹਨੂੰ ਮਾੜੀ ਜੀ ਪੈਰੋਲ ਮਿਲਦੀ ਹੈ ਨਾਲ ਦੀ ਨਾਲ ਹੀ ਰੌਲਾ ਪੈ ਜਾਂਦਾ। ਇਹਨਾਂ ਸਾਰੀਆਂ ਚੀਜ਼ਾਂ ਵਾਲੇ ਪਾਸੇ ਆਉਣ ਤੋਂ ਪਹਿਲਾਂ ਮੈਂ ਇਸ ਕਰਕੇ ਗੱਲ ਪਿੱਛੋਂ ਸ਼ੁਰੂ ਕਰਨੀ ਚਾਹੁੰਦਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਤੁਸੀਂ ਡੇਰੇ ਨਾਲ ਸੰਬੰਧਿਤ ਜਿਹੜੇ ਕੇਸ ਸੀ ਉਹਨਾਂ ਨਾਲ ਕਦੋਂ ਜੁੜੇ, ਕਿਵੇਂ ਜੁੜੇ, ਤਾਂ ਜੋ ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਸੁਣਨ ਦੇਖਣ ਵਾਲੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਰਵਨੀਤ ਸਿੰਘ ਜੋਸ਼ੀ ਹੋਰੀ ਕੌਣ ਨੇ। ਤੁਸੀਂ ਮੈਨੂੰ ਦੱਸਿਓ ਕਿ ਤੁਸੀਂ ਕਿਹੜਾ ਐਸਾ ਕੇਸ ਸੀ ਜਿਹਦਾ ਕਰਕੇ ਪਹਿਲਾਂ ਇਹ ਡੇਰੇ ਨਾਲ ਤੁਹਾਡਾ ਵਾਹ ਪਿਆ ਜੀ? ਦੇਖੋ, ਵੈਸੇ ਤਾਂ ਡੇਰੇ ਨੂੰ ਅਸੀਂ ਕਾਫੀ ਪਹਿਲਾਂ ਤੋਂ ਜੋ ਹੈ ਜਾਣਦੇ ਹਾਂ। ਮੇਰੇ ਪਰਿਵਾਰ ਦੇ ਕੁਝ ਲੋਕ ਪਹਿਲਾਂ ਡੇਰੇ ਜਾਂਦੇ ਵੀ ਰਹੇ ਆ ਤੇ ਮੈਂ ਵੀ ਜਾਂਦਾ ਰਿਹਾ ਉੱਥੇ ਜੀ। ਤੇ ਸਭ ਤੋਂ ਪਹਿਲਾਂ ਜਦੋਂ 2001 ਦੇ ਵਿੱਚ ਇਹਨਾਂ ਦੇ ਬਾਰੇ ਜੋ ਗੱਲਾਂ ਆਈਆਂ, ਜੋ ਪੈਰਵੀ ਹੋਣੀ ਸ਼ੁਰੂ ਹੋਈ, ਉਹ ਹੌਲੀ ਹੌਲੀ ਗੱਲਾਂ ਆਈਆਂ ਤੇ ਸਾਡੇ ਪਰਿਵਾਰਾਂ ਦਾ ਉੱਧਰ ਜਾਣ ਦਾ ਰੁਝਾਨ ਘਟ ਗਿਆ। 2007 ਦੇ ਵਿੱਚ ਜਦੋਂ ਇਹਨੇ ਫਿਰ ਬਾਣਾ ਪਾਇਆ ਗੋਬਿੰਦ ਸਿੰਘ ਜੀ ਦਾ ਤੇ ਫਿਰ ਉਹ ਜਿਹੀ ਕਰਤੂਤ ਕੀਤੀ ਇਹਨੇ, ਉਦੋਂ ਬਾਅਦ ਤਾਂ ਜਮਾਂ ਹੀ ਇਹਨਾਂ ਦੇ ਪ੍ਰਤੀ ਜੋ ਸਾਡੇ ਦਿਲ ਦੇ ਵਿੱਚ ਜੋ ਸੀ ਉਹ ਗੱਲਾਂ ਬਿਲਕੁਲ ਹੀ ਉਲਟ ਹੋ ਗਈਆਂ। ਤੇ
ਆਮ ਤੌਰ ਤੇ ਰਾਜਨੀਤਿਕ ਜੋ ਪਾਰਟਿਸਿਪੇਸ਼ਨਾਂ ਕਰਦੇ ਸੀ ਤਾਂ ਉਹਨਾਂ ਨੂੰ ਅਸੀਂ ਆਪਦੇ ਲੈਵਲ ਤੇ ਜਿੱਥੇ ਕੋਸ਼ਿਸ਼ ਹੁੰਦੀ ਸੀ ਵੀ ਲੋਕਾਂ ਨੂੰ ਕੋਸ਼ਿਸ਼ ਕਰਦੇ ਸੀ ਵੀ ਆਪਦੇ ਕੰਮ ਦੇ ਜ਼ਰੀਏ ਜਾਂ ਹੋਰ ਪਲੇਟਫਾਰਮਸ ਤੇ ਵੀ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਵੀ ਇੱਥੇ ਕੁਝ ਨਹੀਂ ਰੱਖਿਆ, ਇਹ ਸਭ ਚੀਜ਼ਾਂ ਜੋ ਗਲਤ ਨੇ। ਹੂੰ ਤੇ 2011 ਦੇ ਵਿੱਚ ਇਹ ਡੇਰਾ ਹੈਡ ਦੇ ਬਹੁਤ ਹੀ ਨਜ਼ਦੀਕੀ ਪਰਿਵਾਰ ਸੀ, ਗੁਪਤਾ ਫੈਮਿਲੀ ਸੀ, ਉਹ ਅਗਰਵਾਲ ਪਰਿਵਾਰ ਸੀ। ਵਿਸ਼ਵਾਸ ਗੁਪਤਾ ਜੋ ਤੁਸੀਂ ਹੁਣ ਆਮ ਤੌਰ ਤੇ ਸੁਣਦੇ ਹੋ, ਹਨੀਪ੍ਰੀਤ ਬਾਬੇ ਦੇ ਨਾਲ ਹੁੰਦੀ ਹੈ ਜੋ, ਜੀ ਉਹ ਉਸ ਸਮੇਂ 2011 ਚ ਵਿਸ਼ਵਾਸ ਗੁਪਤਾ ਦੀ ਵਾਈਫ ਸੀਗੀ। ਤੇ ਉਹਨਾਂ ਦੇ ਆਪਸ ਦੇ ਵਿੱਚ ਕੋਈ ਐਸੀ ਗੱਲ ਹੋਈ ਵੀ ਉਹ ਚੰਡੀਗੜ੍ਹ ਆਏ। ਚੰਡੀਗੜ੍ਹ ਆ ਕੇ ਵਿਸ਼ਵਾਸ ਗੁਪਤਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨੇ ਸਾਰਾ ਡਿਸਕਲੋਜ਼ ਕੀਤਾ ਵੀ ਕਿਸ ਰੂਪ ਦੇ ਵਿੱਚ ਉਹਨੇ ਆਪਦੀ ਵਾਈਫ ਨੂੰ ਡੇਰਾ ਹੈਡ ਦੇ ਨਾਲ ਕੰਪਰੋਮਾਈਜ਼ਿੰਗ ਪੋਜੀਸ਼ਨ 'ਚ ਦੇਖਿਆ। ਤੇ ਇਹ ਇੱਕ ਸ਼ੌਕ ਸੀ ਸਾਰੇ ਲੋਕਾਂ ਲਈ ਜੋ ਡੇਰੇ ਨਾਲ ਮਾੜਾ ਮੋਟਾ ਵੀ ਜੁੜੇ ਰਹੇ ਆ। ਉਹਨਾਂ ਨੇ ਉਸ ਪਰਿਵਾਰ ਨੂੰ ਦੇਖਿਆ ਵੀ ਕਿਸ ਰੂਪ 'ਚ ਉਹ ਪਰਿਵਾਰ ਸਮਰਪਿਤ ਸੀ। ਉਹਨਾਂ ਨੇ ਆਪਦੇ ਘਰ-ਬਾਰ ਸਾਰਾ ਕੁਝ ਛੱਡ ਕੇ, ਵਿਸ਼ਵਾਸ ਦੇ ਪੇਰੈਂਟਸ ਨੇ, ਉਹਨਾਂ ਦੇ ਪਰਿਵਾਰਾਂ ਨੇ ਆਪਦੀ ਜੋ ਉਹਦੇ ਫਾਦਰ ਜੋ ਸਰਕਾਰੀ ਪੋਸਟ ਤੇ ਸੀ, ਉਤੋਂ ਜਦੋਂ ਉਹ ਰਿਟਾਇਰ ਹੋਏ ਉਹਨਾਂ ਨੂੰ ਜਿੰਨਾ ਪੈਸਾ ਪੂਸਾ ਮਿਲਿਆ ਸੀ ਉਹਨਾਂ ਨੇ ਸਾਰਾ ਡੇਰੇ ਦੇ ਵਿੱਚ ਸੇਵਾ ਦੇ ਰੂਪ 'ਚ ਲਾ ਰੱਖਿਆ ਸੀ। ਡੇਰੇ ਦੇ ਵਿੱਚ ਹੀ ਉਹ ਪਰਿਵਾਰ ਰਹਿੰਦਾ ਸੀ, ਪੂਰਨ ਤੌਰ ਤੇ ਡੇਰੇ ਨੂੰ ਸਮਰਪਿਤ ਪਰਿਵਾਰ ਸੀਗਾ। ਉਹਨਾਂ ਨੇ ਜਿਹੜਾ ਵਿਆਹ ਵੀ ਕਰਾਇਆ, ਉਹ ਹਨੀਪ੍ਰੀਤ ਨਾਲ ਜਿਹੜਾ ਵਿਆਹ ਹੋਇਆ, ਉਹ ਉਸ ਵਿਆਹ ਦੇ ਵਿੱਚ ਤੁਸੀਂ ਲਾਓ ਵੀ ਡੇਰੇ ਦੀ ਕੰਟੀਨ ਵਿੱਚ ਵਿਆਹ ਹੋਇਆ, ਡੇਰੇ ਦੀ ਪ੍ਰਥਾ ਦੇ ਮੁਤਾਬਕ ਵਿਆਹ ਹੋਇਆ। ਜਿਸ ਸਟੇਚਰ ਦਾ ਉਹ ਪਰਿਵਾਰ ਸੀ ਉਹ ਕਿਤੇ ਵੀ ਵੱਡੇ ਲੈਵਲ ਤੇ ਜਾਂ ਵੱਡਾ ਵਿਆਹ ਕਰ ਸਕਦੇ ਸੀ, ਪਰ ਕਿਉਂਕਿ ਉਹ ਇੰਨੇ ਸ਼ਰਧਾਲੂ ਸੀ ਉਹਨਾਂ ਨੇ ਉਹ ਸਿੰਪਲ ਮੈਰਿਜ ਕਰਾਈ ਉੱਥੇ। ਉਹ ਸਾਰੀਆਂ ਫੋਟੋਗ੍ਰਾਫਸ ਤੇ ਪਿਕਚਰਸ ਨੇ। ਜਿਹੜੇ ਉਹਨੇ ਐਲੀਗੇਸ਼ਨ ਲਾਏ ਉਹ ਬੜੇ ਹੈਰਾਨੀਜਨਕ ਸੀ, ਜੋ ਕਿਉਂਕਿ ਉਹ ਉਮਰ ਦਾ ਗੈਪ ਉਹ ਬੰਦੇ ਦਾ, ਤੇ ਕੋਈ ਐਕਸਪੈਕਟ ਨਹੀਂ ਕਰ ਸਕਦਾ ਸੀ ਵੀ ਜੇ ਇੰਨਾ ਨਜ਼ਦੀਕੀ ਪਰਿਵਾਰ ਹੈ, ਇੰਨਾ ਸਮਰਪਿਤ ਪਰਿਵਾਰ ਹੈ, ਤੇ ਕੋਈ ਬੰਦਾ ਉਹਦੇ ਨਾਲ ਵੀ ਅਸੀਂ ਦਗਾਬਾਜੀ ਕਰ ਸਕਦਾ। ਪਰ ਜਦੋਂ ਉਹਨੇ ਐਲੀਗੇਸ਼ਨ ਲਾਤੇ। ਜੀ ਜੀ ਜੋਗੀ ਸਾਹਿਬ, ਇਹ ਇੱਕ ਚੀਜ਼ ਮੈਂ ਮਾੜੀ ਜੀ ਸਮਝਣੀ ਚਾਹੁੰਦਾ, ਇਹ ਹੋ ਸਕਦਾ ਸਾਡੇ ਪਰਿਵਾਰ ਦੇ ਮੈਂਬਰ ਵੀ ਥੋੜ੍ਹੇ ਜਿਹੇ ਕਨਫਿਊਜ਼ ਹੋਣ। ਇਹ ਵਿਸ਼ਵਾਸ ਗੁਪਤਾ ਦੀ ਵਾਈਫ ਜਿਹੜੀ ਕਿ ਇਸ ਵਕਤ ਹਨੀਪ੍ਰੀਤ ਹੈ, ਉਦੋਂ ਇਹਦਾ ਨਾਂ ਸ਼ਾਇਦ ਕੁਝ ਹੋਰ ਸੀ, ਇਹਦਾ ਤਾਂ ਸ਼ਾਇਦ ਵਿਆਹ ਜਾਂ ਰਿਸ਼ਤਾ ਵੀ ਸ਼ਾਇਦ ਸਿਰਸੇ ਵਾਲੇ ਬਾਬੇ ਨੇ ਆਪ ਹੀ ਕਰਾਇਆ ਸੀ ਜੀ। ਬਿਲਕੁਲ ਬਿਲਕੁਲ, ਹਾਂਜੀ। ਇਹਦਾ ਨਾਮ ਉਸ ਸਮੇਂ ਪ੍ਰਿਯੰਕਾ ਤਨੇਜਾ ਸੀ ਜੀ। ਅੱਛਾ ਤੇ ਜੀ। ਇਹਦਾ ਰਿਸ਼ਤਾ, ਇਹ ਲੜਕੀ ਜੋ ਹੈ ਉੱਥੇ ਡੇਰੇ 'ਚ ਹੀ ਪੜ੍ਹਦੀ ਸੀ। ਤੇ ਇਹ ਵੀ ਹੁਣ ਸੁਣਨ ਚ ਆਉਂਦਾ ਵੀ ਤਾਲੁਕਾਤ ਵਿਆਹ ਤੋਂ ਪਹਿਲਾਂ ਦੇ ਹੀ ਡੇਰਾ ਹੈਡ ਦੇ ਨਾਲ ਉਸ ਲੜਕੀ ਦੇ ਸੀਗੇ। ਤੇ ਉਹਨੇ ਇਹ ਆਪ ਹੀ ਪਿਕ ਐਂਡ ਚੂਜ਼ ਕਰਕੇ ਮੁੰਡਾ ਵੀ ਤੁਹਾਨੂੰ ਆਹ ਕੁੜੀ ਅਸੀਂ ਦਿੰਨੇ ਆ, ਤੇ ਉਹ ਕਿਉਂਕਿ ਹੁਕਮ ਚ ਇੰਨੇ ਸੀਗੇ ਵੀ ਉਹਨਾਂ ਨੇ ਆਓ ਦੇਖਿਆ ਨਾ ਤਾਓ, ਜਿਵੇਂ ਹੁਕਮ ਹੋਇਆ ਉਹਦੇ ਮੁਤਾਬਕ ਉਹਨਾਂ ਨੇ ਵਿਆਹ ਕਰਾ ਲਿਆ। ਫਿਰ ਜੀ ਵਿਸ਼ਵਾਸ ਦੇ ਕਹਿਣ ਦੇ ਮੁਤਾਬਕ ਉਹਨੂੰ ਕੋਈ ਐਸੀ ਮੈਡੀਸਨਸ ਦੇਣ ਲੱਗੇ, ਇਹ ਵੀ ਇੰਪੋਟੈਂਸੀ ਵੱਲ ਨੂੰ ਉਹਨੂੰ ਜੋ ਹੈ ਲਿਜਾਣ ਲੱਗੇ, ਜਾਂ ਜਿਸ ਰੂਪ ਚ ਬਾਬਾ ਕਹਿੰਦਾ ਸੀ ਵੀ ਇਹ ਮੇਰੀ ਸੇਵਾ ਕਰੂਗੀ, ਇਹ ਮੇਰੀ ਡਾਟਰ ਹੈ, ਇਹਨੂੰ ਮੇਰੇ ਕੋਲੇ ਰਹਿਣ ਦਿਓ। ਉਹ ਸਾਰਾ ਕੁਝ ਮੀਡੀਆ ਦੇ ਵਿੱਚ ਅਵੇਲੇਬਲ ਹੈ, ਜੋ ਵਿਸ਼ਵਾਸ ਨੇ ਸਟੇਟਮੈਂਟਾਂ ਦਿੱਤੀਆਂ ਨੇ ਜੀ ਵੀ ਜੀ ਕਿਸ ਰੂਪ ਚ ਉਹ ਉਸ ਲੜਕੀ ਨੂੰ ਐਕਸਪਲੋਇਟ ਕਰਦਾ ਸੀ, ਵਿਸ਼ਵਾਸ ਹੋਰਿਆਂ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਐਕਸਪਲੋਇਟ ਕੀਤਾ ਉਹਨਾਂ ਨੇ। ਜੀ ਤੇ ਜਦੋਂ ਇਹਨੇ ਆ ਕੇ ਇਹ ਗੱਲਾਂ ਡਿਸਕਲੋਜ਼ ਕੀਤੀਆਂ ਮੀਡੀਆ ਦੇ ਵਿੱਚ, ਉਦੋਂ ਬਾਅਦ ਪ੍ਰਿਯੰਕਾ ਤਨੇਜਾ ਉਰਫ ਹਨੀਪ੍ਰੀਤ ਦੇ ਵੱਲੋਂ ਸਰਸਾ ਦੀ ਅਦਾਲਤ ਦੇ ਵਿੱਚ ਜੋ ਹੈ ਇੱਕ ਪਟੀਸ਼ਨ ਪਾਈ ਗਈ 498A ਦਾ, ਉਹਦੇ ਉੱਤੇ ਪਰਚਾ ਦਰਜ ਕਰਾ ਕੇ ਉੱਥੇ ਜੋ ਹੈ ਡੌਰੀ ਡਿਮਾਂਡ ਦਾ ਕੇਸ ਇਹਨਾਂ ਵਿਸ਼ਵਾਸ ਹੋਰਿਆਂ ਤੇ ਕਰ ਦਿੱਤਾ ਗਿਆ। ਮਤਲਬ ਉਸ ਟਾਈਮ ਸਰਕਾਰੀ ਤੰਤਰ ਨੂੰ ਵਰਤਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਵਿਸ਼ਵਾਸ ਇੱਥੇ ਪੰਚਕੂਲੇ ਰਹਿਣ ਲੱਗ ਗਿਆ ਸੀ ਤੇ ਪੰਚਕੂਲੇ ਵਿੱਚ ਕੁਝ ਬੰਦੇ ਫੜੇ ਗਏ ਸੀ ਜਿਹੜੇ ਵਿਸ਼ਵਾਸ ਦੀ ਰੇਕੀ ਕਰ ਰਹੇ ਸੀਗੇ। ਜੀ ਵਿਸ਼ਵਾਸ ਦੇ ਪਿੱਛੇ ਲੱਗੇ ਹੋਏ ਸੀ, ਪ੍ਰੋਪਰ ਡਾਇਰੀ ਮੇਨਟੇਨ ਕਰ ਰਹੇ ਸੀ। ਡਾਇਰੀ ਦੇ ਵਿੱਚ ਉਹਦਾ ਆਉਣ ਜਾਣ ਦਾ ਟਾਈਮ ਉਹ ਬਕਾਇਦਾ ਉੱਥੇ ਉਹਦੇ ਘਰ ਦੇ ਸਾਹਮਣੇ ਗੱਡੀ ਪਾਰਕ ਕਰਕੇ ਰੱਖਦੇ ਸੀ। ਕੁਝ ਬੰਦੇ ਮਤਲਬ ਉਹਨੂੰ ਦਬਾਅ ਵੀ ਦੇ ਰਹੇ ਸੀ, ਧਮਕੀਆਂ ਵੀ ਆ ਰਹੀਆਂ ਸੀ ਉਹਨਾਂ ਨੂੰ। ਤਾਂ ਇਹ ਚੀਜ਼ਾਂ ਦੇ ਚੱਲਦੇ ਉਹਨਾਂ ਨੇ, ਜਦੋਂ ਇਹ ਹੱਥ ਨਹੀਂ ਆਇਆ, ਪੰਚਕੂਲੇ ਰਹਿਣ ਲੱਗ ਗਿਆ, ਉਹਨਾਂ ਨੇ ਇੱਕ ਸਰਕਾਰੀ ਤੰਤਰ ਨੂੰ ਯੂਜ਼ ਕੀਤਾ, FIR ਰਜਿਸਟਰ ਕਰਾਈ 498A ਦੀ। ਤੇ ਇਹਨੂੰ ਉਹ ਸਰਕਾਰੀ ਤੰਤਰ ਦੇ ਨਾਲ ਇਹਨੂੰ ਮਜਬੂਰ ਕੀਤਾ ਵੀ ਕਿਸੇ ਸਾਡੀ ਗ੍ਰਿਫਤ 'ਚ ਆ ਜੇ, ਇਹਨੂੰ ਹੋਰ ਡਰਾ ਧਮਕਾ ਸਕੀਏ ਤਾਂ ਕਿ ਇਹ ਬਾਹਰ ਲੋਕਾਂ ਕੋਲੇ ਡਿਸਕਲੋਜ਼ ਨਾ ਕਰੇ ਬਾਬੇ ਦੇ ਜੋ ਰਿਲੇਸ਼ਨ ਸੀਗੇ ਹਨੀਪ੍ਰੀਤ ਦੇ ਨਾਲ। ਜੀ ਮੁੜ ਕੇ ਫਿਰ ਉੱਥੇ ਜੋ ਹਾਲਾਤ ਸੀਗੇ ਆਲਰੇਡੀ, ਕਿਉਂਕਿ ਇਹ 2011 ਦੀ ਗੱਲ ਹੈ, ਇਦੋਂ ਪਹਿਲਾਂ ਇਹਨਾਂ ਨੇ ਛਤਰਪਤੀ ਜੋ ਹੈ ਉੱਥੇ ਦੇ ਨਾਮੀ ਪੱਤਰਕਾਰ ਤੇ ਵਕੀਲ ਵੀ ਸੀ, ਜੋ ਜੀ ਉਹਨਾਂ ਨੂੰ ਜੋ ਹੈ ਉਹਨਾਂ ਦੇ ਮਰਡਰ ਦਾ ਚੱਲ ਰਿਹਾ ਸੀ, ਰਣਜੀਤ ਮਰਡਰ ਆਲਰੇਡੀ ਚੱਲ ਰਿਹਾ ਸੀ, ਤੇ ਰੇਪ ਕੇਸ ਵੀ ਉਸ ਟਾਈਮ ਤੇ ਜੋ ਹੈ ਉਹਦੀਆਂ ਇਨਵੈਸਟੀਗੇਸ਼ਨਾਂ ਹੋ ਚੁੱਕਿਆ ਸੀ, ਟ੍ਰਾਇਲ ਸਟਾਰਟ ਹੋਣ ਸੀ। ਜੀ ਤਾਂ ਇਹ ਚੀਜ਼ਾਂ ਦੇ ਚੱਲਦੇ ਇਹਨਾਂ ਨੇ ਜੋ ਹੈ ਕੋਈ ਉੱਥੇ ਹਰਿਆਣਾ ਸਰਸੇ ਦੀ ਜਿਹੜੀ ਅਦਾਲਤ ਸੀ
ਉੱਥੇ ਇਹਨਾਂ ਨੂੰ ਵਕੀਲ ਦੇ ਉੱਤੇ ਐ ਨਹੀਂ ਹੋਇਆ ਵੀ ਕੋਈ ਨਾ ਕੋਈ ਜੋ ਹੈ ਵਕੀਲ ਨੂੰ ਇੱਕ ਤਾਂ ਥ੍ਰੈਟ ਡੇਰੇ ਵੱਲੋਂ ਤੇ ਕੋਈ ਬਰੀਫ ਲੈ ਕੇ ਇਹਨਾਂ ਦੇ ਨਾਲ ਇਮਾਨਦਾਰੀ ਨਾਲ ਕਰ ਸਕੇ, ਉਹ ਵੀ ਇਹਨਾਂ ਨੂੰ ਬੜਾ ਉਹਦਾ ਖਦਸ਼ਾ ਸੀ। ਤੇ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਇਹਦਾ ਜੋ ਬੇਲ ਦਾ ਸੀਗਾ ਸਰਸੇ ਜਾ ਕੇ, ਉਹ ਅਸੀਂ ਕੇਸ ਲਿਟੀਗੇਟ ਕੀਤਾ ਉਸ ਸਮੇਂ। ਤਾਂ ਓਕੇ, ਉਹ ਸਭ ਤੋਂ ਪਹਿਲੀ ਉਦੋਂ ਲਿਟੀਗੇਸ਼ਨ ਸੀ ਤੁਸੀਂ ਜੋ ਜੀ ਜੋ ਮੈਨੂੰ ਸਮਝ ਆਈ ਤੁਹਾਡੀ ਗੱਲ ਤੋਂ ਇਹ ਸੀ ਕਿ ਉਹ ਜਿਹੜਾ ਹਨੀਪ੍ਰੀਤ ਦੇ ਸਹੁਰਾ ਪਰਿਵਾਰ ਵੱਲੋਂ ਕੇਸ ਸੀਗਾ, ਉਹਨੂੰ ਉੱਥੇ ਸਿਰਸੇ 'ਚ ਵੀ ਕੋਈ ਲੜਨ ਨੂੰ ਜਾਂ ਉਹਨਾਂ ਦੇ ਨਾਲ ਖੜਨ ਨੂੰ ਕੋਈ ਰਾਜ਼ੀ ਨਹੀਂ ਸੀ, ਐਂਡ ਤੁਸੀਂ ਪਹਿਲੀ ਵਾਰਾਂ ਉਸ ਕੇਸ ਦੇ ਵਿੱਚ ਉਹ ਸਾਧ ਦੇ ਖਿਲਾਫ ਗਏ ਸੀਗੇ, ਇੱਦਾਂ ਹੀ ਜੀ? ਪਹਿਲੀ ਵਾਰ ਲਿਟੀਗੇਟ ਪ੍ਰੋਪਰ ਔਨ ਰਿਕਾਰਡ ਅਸੀਂ ਲਿਟੀਗੇਸ਼ਨ 'ਚ ਉਦੋਂ ਆਈ ਜੀ ਸਾਹਮਣੇ। ਨਹੀਂ, ਤੇ ਤੁਸੀਂ ਜਦੋਂ ਗਏ ਤੇ ਤੁਹਾਨੂੰ ਕੋਈ ਥ੍ਰੈਟ, ਕੋਈ ਰੇਕੀ ਜਾਂ ਤੁਹਾਡਾ ਕਿਸੇ ਨੇ ਕੋਈ ਪਿੱਛਾ ਨਹੀਂ ਕੀਤਾ ਜੀ? ਅਸਲ 'ਚ ਉਸ ਸਮੇਂ ਦੀਆਂ ਅਖਬਾਰ ਦੀਆਂ ਖਬਰਾਂ ਵੀ ਨੇ ਤੇ ਉਦੋਂ ਇੱਕ ਇਨਸੀਡੈਂਟ ਵੀ ਹੋਇਆ ਜਦੋਂ ਇਹ ਆਰਗੂ ਕਰਕੇ ਅਸੀਂ ਕੇਸ ਉੱਥੋਂ ਬਾਹਰ ਨਿਕਲੇ ਤੇ ਉੱਥੇ ਸਾਡੇ ਨਾਲ ਕੋਈ ਸਹਿਯੋਗੀ ਆਏ ਹੋਏ ਸੀਗੇ ਸਰਸੇ ਦੇ ਲੋਕਲ, ਤੇ ਉਹਨਾਂ ਕੋਲੇ ਉਹਨਾਂ ਦਾ ਪਰਸਨਲ ਜੋ ਗਨਮੈਨ ਸੀਗਾ, ਉਹਨੇ ਇੱਕ ਬੰਦੇ ਨੂੰ ਫੜ ਲਿਆ ਪਾਰਕਿੰਗ 'ਚ ਸਾਡੀ ਗੱਡੀ ਦੇ ਪਿੱਛੇ। ਉਹ ਗੱਡੀ ਪਾਰਕ ਕਰਕੇ ਖੜਾ ਸੀ ਤੇ ਉਹਦੀ ਗੱਡੀ ਤੇ ਨਾਅਰਾ ਵੀ ਲਿਖਿਆ ਹੋਇਆ ਸੀ, ਧੰਨ ਧੰਨ ਸਤਿਗੁਰੂ ਤੇਰੀ ਆਸਰਾ। ਤੇ ਉਹ ਬੰਦੇ ਨੂੰ ਜਦੋਂ ਫੜਿਆ, ਉਹਨੇ ਉਹ ਫੋਨ ਤੇ ਕਿਸੇ ਨੂੰ ਡਿਸਕਲੋਜ਼ ਕਰ ਰਿਹਾ ਸੀ ਵੀ ਜੋਸ਼ੀ ਸਾਹਿਬ ਉਰੇ ਫਲਾਨੀ ਗੱਡੀ ਦੇ ਵਿੱਚ ਆਏ ਹੋਏ ਨੇ, ਨਾਲ ਉਹਨਾਂ ਦੇ ਫਲਾਨਾ ਫਲਾਨਾ ਬੰਦਾ ਹੈ। ਤੇ ਉਹ ਕਿਤੇ ਗਨਮੈਨ ਦੇ ਕੰਨ 'ਚ ਪੈ ਗਿਆ, ਉਹਨੇ ਉਹਨੂੰ ਫੜ ਲਿਆ। ਉਹਨੂੰ ਫੜਿਆ ਤਾਂ ਉਹਦੇ ਹੱਥ ਦੇ ਉੱਤੇ ਪ੍ਰੋਪਰ ਜੋ ਹੈ ਸਾਡੀ ਗੱਡੀ ਦਾ ਨੰਬਰ ਲਿਖਿਆ ਹੋਇਆ, ਉਹਦੇ ਕੋਲੇ ਡਾਇਰੀ ਸੀਗੀ, ਡਾਇਰੀ ਦੇ ਉੱਤੇ ਨਾਲ ਬੰਦਿਆਂ ਦੀ ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਨੰਬਰ ਲਿਖੇ ਹੋਏ, ਕੌਣ ਕੌਣ ਬੰਦਾ ਹੈ ਉਹਦੇ ਵਿੱਚ ਉਹਨੇ ਲਿਖਿਆ ਹੋਇਆ। ਉਹ ਡੇਰੇ ਦਾ ਕੋਈ ਸ਼ਰਧਾਲੂ ਸੀਗਾ ਜਿਹੜਾ ਬੰਦਿਆਂ ਨੂੰ ਜਾਣਦਾ ਸੀਗਾ, ਤੇ ਉਹਨੇ ਉਹ ਸਾਰਿਆਂ ਦੇ ਨਾਮ ਲਿਖੇ ਹੋਏ। ਤਾਂ ਉਹ ਉਦੋਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਗਿਆ ਤੇ ਇਸ ਦੀ ਕੰਪਲੇਂਟ ਕੀਤੀ ਗਈ ਉਸ ਬੰਦੇ ਦੇ ਖਿਲਾਫ। ਤੇ ਚਲੋ ਅਸੀਂ ਵਾਪਸ ਚੰਡੀਗੜ੍ਹ ਨੂੰ ਮੁੜਨਾ ਸੀ ਤੇ ਅਸੀਂ ਤਾਂ ਵਾਪਸ ਆ ਗਏ। ਉਹ ਬੰਦੇ ਜਿਹੜੇ ਉੱਥੇ ਦੇ ਲੋਕਲ ਸੀ, ਉਹ ਇਸ ਦੀ ਪੈਰਵਾਈ ਲਈ ਉੱਥੇ ਰੁਕ ਗਏ ਜੀ। ਲੇਕਿਨ ਕੋਈ ਐਸੇ ਦੱਸਦੇ ਨੇ ਬੰਦੇ ਵੀ ਕੋਈ ਡੇਰੇ ਦੇ ਬੰਦੇ ਆਏ ਜਿਹੜੇ ਅਖਬਾਰ 'ਚ ਉਹਨਾਂ ਨੇ ਕੁਝ ਲਪੇਟਿਆ ਹੋਇਆ ਸੀ, ਥਾਣੇ ਦੇ ਅੰਦਰ ਆਉਂਦੇ ਨੇ ਤੇ ਮੁੜ ਕੇ ਜੋ ਰਿਪੋਰਟ ਮਿਲਦੀ ਹੈ ਵੀ ਇੱਕ SC ST ਐਕਟ ਦਾ ਪਰਚਾ ਉਸ ਬੰਦੇ ਦੇ ਵੱਲੋਂ, ਜਿਹੜੇ ਸਾਡੇ ਵੱਲੋਂ ਪੈਰਵੀ ਕਰ ਰਹੇ ਸੀ ਬੰਦੇ, ਉਹਨਾਂ ਦੇ ਉੱਤੇ ਕਰ ਦਿੱਤਾ। ਤੇ ਜੇ ਅਸੀਂ ਉੱਥੇ ਥੋੜਾ ਸਮਾਂ ਹੋਰ ਰੁਕੇ ਹੁੰਦੇ ਤਾਂ ਹੋ ਸਕਦਾ ਸਾਡੇ ਉੱਤੇ ਵੀ ਉਹੀ ਪਰਚਾ ਉਹਨਾਂ ਨੇ ਪਾ ਦੇਣਾ ਸੀ। ਓਕੇ। ਤਾਂ ਇਹ ਤਾਂ ਉਸ ਬੰਦੇ ਦੀ ਉਸ ਸਮੇਂ ਜੋ ਪੁਲਿਸ ਤੰਤਰ ਸੀ ਜਾਂ ਹਰਿਆਣਾ ਸਰਕਾਰ ਸੀ, ਉਹਦੇ ਵਿੱਚ ਉਹਦੀ ਉਹ ਸੀ ਵੀ ਉਹ ਕਿਸੇ ਨੂੰ ਵੀ ਕਿਸੇ ਵੀ ਰੂਪ ਦੇ ਵਿੱਚ ਕਿਤੇ ਵੀ ਪਰਚੇ ਪਵਾ ਕੇ ਜੋ ਹੈ ਵਿਸ਼ਵਾਸ ਨੂੰ ਵੀ, ਇਨਫੈਕਟ ਇਹਨਾਂ ਨੇ ਇਹੀ ਸਰਕਾਰੀ ਤੰਤਰ ਨੂੰ ਯੂਜ਼ ਕਰਕੇ ਬੜਾ ਟੌਰਚਰ ਤੇ ਹਰਾਸ ਕੀਤਾ ਇਹਨੂੰ। ਕਦੇ ਰਾਜਸਥਾਨ ਦੇ ਵਿੱਚ ਇਹਦੇ ਖਿਲਾਫ ਚੈੱਕ ਬਾਉਂਸ ਦਾ ਕੇਸ ਪਵਾਤਾ ਕਿਉਂਕਿ ਇਹਦੇ ਸਾਰਾ ਬਿਜ਼ਨਸ ਵਗੈਰਾ, ਸਾਰੀ ਇਨਵੈਸਟਮੈਂਟ ਇਹਨਾਂ ਨੇ ਪੈਸੇ ਦੀ ਡੇਰੇ 'ਚ ਕਰ ਰੱਖੀ ਸੀ। ਤਾਂ ਆਮ ਤੌਰ ਤੇ ਚੈਕਸ ਵਗੈਰਾ ਇਹਨਾਂ ਦੇ ਕੋਲੇ ਅਵੇਲੇਬਲ ਸੀ ਵਿਸ਼ਵਾਸ ਦੇ, ਤੇ ਇਹਨਾਂ ਨੇ ਉਹਨਾਂ ਨੂੰ ਮਿਸਯੂਜ਼ ਕਰਕੇ ਅੱਡ-ਅੱਡ ਜਗ੍ਹਾਵਾਂ ਤੇ ਅੱਡ-ਅੱਡ ਸਟੇਟਸ ਦੇ ਵਿੱਚ, ਇਵਨ ਮਹਾਰਾਸ਼ਟਰ, ਰਾਜਸਥਾਨ, ਪੰਜਾਬ, ਹਰਿਆਣਾ, ਕਿੱਥੇ ਨਹੀਂ ਉਹਦੇ ਖਿਲਾਫ ਜੋ ਹੈ ਅਲੱਗ-ਅਲੱਗ ਕੋਰਟਸ ਦੇ ਵਿੱਚ ਚੈੱਕ ਬਾਉਂਸ ਦੇ ਕੇਸਿਸ ਪਵਾ ਕੇ ਉਹਨੂੰ ਹਰਾਸ ਕੀਤਾ ਉਸ ਸਮੇਂ। ਜੋਸ਼ੀ ਸਾਹਿਬ, ਇਹ ਦੱਸਿਓ ਕਿ ਉਹ ਪਰਿਵਾਰ ਹੁਣ ਅਜੇ ਵੀ ਉੱਥੇ ਹੈ ਜੀ, ਡੇਰੇ ਦੇ ਨਾਲ ਜੁੜਿਆ, ਜਾਂ ਹੁਣ ਉਹ ਹਨੀਪ੍ਰੀਤ ਦਾ ਜਿਹੜਾ ਸਹੁਰਾ ਪਰਿਵਾਰ ਆ ਉਹ ਕਿੱਥੇ ਹੈ ਜੀ ਫਿਰ ਹੁਣ? ਹਨੀਪ੍ਰੀਤ ਦਾ ਜਿਹੜਾ ਸਹੁਰਾ ਪਰਿਵਾਰ ਹੈ ਜੀ, ਉਹ ਹੁਣ ਹਰਿਆਣੇ ਦੇ ਵਿੱਚ ਪਾਣੀਪਤ ਦੇ ਕੋਲੇ ਰਹਿ ਰਹੇ ਨੇ ਤੇ ਹੁਣ ਉਹ ਡੇਰੇ ਦੇ ਨਾਲ ਨਹੀਂ ਜੁੜੇ ਹੋਏ। ਬਿਲਕੁਲ। ਉਹ ਵਿਸ਼ਵਾਸ ਨੇ ਹੁਣ ਮੈਰਿਜ ਕਰਾ ਲਈ ਹੈ ਤੇ ਉਹਦੀ ਹੁਣ ਡਾਟਰ ਵੀ ਹੈ ਇੱਕ, ਤੇ ਉਹ ਛੋਟਾ ਮੋਟਾ ਬਿਜ਼ਨਸ ਚਲਾ ਰਹੇ ਨੇ, ਕੋਈ ਪਾਣੀਪਤ ਦੇ ਕੋਲੇ ਹੀ ਪਿੰਡ ਹੈ ਉਹਨਾਂ ਦਾ। ਅੱਛਾ ਜੋਸ਼ੀ ਸਾਹਿਬ, ਇਹ ਜਿਹਦੀ ਤੁਸੀਂ ਗੱਲ ਕਰ ਰਹੇ ਸੀ ਹੁਣੇ 2011 ਵਾਲਾ, ਇਹ ਤਾਂ ਚਲੋ ਕੇਸ ਹੋ ਗਿਆ। ਇਸ ਤੋਂ ਪਹਿਲਾਂ 2007 ਦੀ ਆਪਾਂ ਗੱਲ ਕਰ ਲਈਏ, ਉਸ ਤੋਂ ਪਹਿਲਾਂ ਛਤਰਪਤੀ ਕੇਸ ਦੀ ਗੱਲ ਕਰਦੇ ਹਾਂ, ਰਣਜੀਤ ਦੀ ਕੇਸ ਦੀ ਗੱਲ ਕਰਦੇ ਹਾਂ। ਜੇ ਆਪਾਂ ਇਹ ਸਾਰੇ ਕੁਝ ਦੇ ਪਿੱਛੇ ਜਾਈਏ ਤੇ ਛਤਰਪਤੀ ਕੇਸ ਵੀ ਤੇ ਤਾਂ ਹੀ ਵਾਪਰਦਾ ਨਾ ਵੀ ਉਹ ਜਿਹੜੀ ਚਿੱਠੀ ਛਾਪੀ ਗਈ ਸੀ, ਉਹ ਜੇ ਮੈਂ ਗਲਤ ਨਹੀਂ ਤੇ 2002 ਦਾ ਮਾਮਲਾ, ਉਹਦੇ ਬਾਰੇ ਕੋਈ ਤੁਹਾਡੇ ਕੋਲੇ ਜਾਣਕਾਰੀ ਹੈਗੀ ਹੈ? ਕਿਉਂਕਿ ਜੇ ਉਸੇ ਚਿੱਠੀ ਨੂੰ ਲੈ ਕੇ ਅੱਜ ਜੇ ਬਾਬਾ ਅੰਦਰ ਹੈ ਤਾਂ ਸ਼ਾਇਦ ਉਹ ਗੱਲ 2002 ਤੋਂ ਹੀ ਸ਼ੁਰੂ ਹੁੰਦੀ ਹੈ ਜੀ। ਉਹ ਜੇ ਤੁਹਾਡੇ ਕੋਲੇ ਕੋਈ ਇਨਫੋਰਮੇਸ਼ਨ ਹੋਵੇ ਤਾਂ ਜ਼ਰੂਰ ਸਾਂਝੀ ਕਰੋ ਕਿ ਉਹ ਕੀ ਕੇਸ ਸੀ, ਕਦੋਂ ਸ਼ੁਰੂ ਹੋਇਆ, ਕਿਵੇਂ ਚੱਲਿਆ ਉਹ ਸਾਰਾ ਕੁਝ। ਇਹ ਜੀ ਜੋ ਚਿੱਠੀ ਹੈ ਉਹ 2001 ਤੋਂ ਉਹਦੀ ਚਰਚਾ ਸ਼ੁਰੂ ਹੋ ਜਾਂਦੀ ਹੈ ਤੇ ਉਹ ਪ੍ਰੋਪਰ ਤਰੀਕੇ ਦੇ ਵਿੱਚ ਜੋ ਭੇਜੀ ਜਾਂਦੀ ਹੈ ਕੋਰਟ ਦੇ ਵਿੱਚ, ਉਹ 2002 ਦੇ ਵਿੱਚ ਭੇਜੀ ਜਾਂਦੀ ਹੈ। ਪਰ ਉਦੋਂ ਪਹਿਲਾਂ ਕੁਝ ਅਖਬਾਰਾਂ 'ਚ ਉਹ 2001 ਦੇ ਵਿੱਚ ਵੀ ਛਪ ਗਈ ਸੀ ਜੀ। ਤੇ ਜਦੋਂ ਉਹ ਕੋਰਟ ਦੇ ਵਿੱਚ ਆ ਜਾਂਦੀ ਹੈ, ਕੋਰਟ ਉਹਦਾ ਸੰਗਿਆਨ ਲੈ ਕੇ ਸੋ ਮੋਟੋ ਨੋਟਿਸ ਕਰਕੇ ਇਹਦੀ ਇਨਵੈਸਟੀਗੇਸ਼ਨ ਲਈ ਉੱਥੇ ਦੇ ਲੋਕਲ ਸੈਸ਼ਨ ਜੱਜ ਨੂੰ ਡਾਇਰੈਕਸ਼ਨਸ ਦਿੰਦੀ ਹੈ ਉਸ ਸਮੇਂ ਸਰਸੇ ਦੇ
ਵੀ ਤੁਸੀਂ ਡੇਰਾ ਵਿਜ਼ਿਟ ਕਰਕੇ ਦੇਖੋ ਵੀ ਕੀ ਇਸ ਦੇ ਵਿੱਚ ਸੱਚਾਈ ਹੈ। ਤੇ ਉਦੋਂ ਜੋ ਮੌਕੇ ਦੇ ਜੱਜ ਸਾਹਿਬ ਨੇ ਉਹ ਡੇਰਾ ਵਿਜ਼ਿਟ ਕਰਦੇ ਨੇ ਤੇ ਵਾਪਸ ਆ ਕੇ ਰਿਪੋਰਟ ਦੇ ਵਿੱਚ ਕਹਿੰਦੇ ਨੇ ਵੀ ਆਲ ਇਜ਼ ਨਾਟ ਵੈਲ ਇਨ ਡੇਰਾ, ਜੀ ਜਿੱਥੋਂ ਇਹ ਜੋ ਹੈ ਇਨਵੈਸਟੀਗੇਸ਼ਨਾਂ ਦਾ ਦੌਰ ਸਟਾਰਟ ਹੋ ਜਾਂਦਾ, ਸੀਬੀਆਈ ਨੂੰ ਇਹ ਇਨਵੈਸਟੀਗੇਸ਼ਨ ਮਾਰਕ ਹੋ ਜਾਂਦੀ ਹੈ। ਤੇ ਇਸ ਦੇ ਚੱਲਦੇ ਹੀ ਦੋ ਮਰਡਰ ਹੁੰਦੇ ਨੇ। ਇੱਕ ਮਰਡਰ ਹੁੰਦਾ ਪਹਿਲਾ ਰਣਜੀਤ ਸਿੰਘ ਦਾ, ਜੀ ਜੋ ਕਿਹਾ ਜਾਂਦਾ ਹੈ ਵੀ ਜੋ ਸਾਧਵੀਆਂ ਦੇ ਨਾਲ ਇਹ ਹੋਇਆ ਤੇ ਜੋ ਚਿੱਠੀ ਲਿਖੀ ਗਈ ਸੀ ਉਹ ਇਹਨਾਂ ਦੇ ਸਿਸਟਰ ਦੇ ਵੱਲੋਂ ਹੀ ਜੋ ਹੈ ਉਹ ਇਹ ਰਣਜੀਤ ਵੱਲੋਂ ਹੀ ਤਿਆਰ ਕੀਤੀ ਗਈ ਸੀ। ਉਹਦੇ ਵਿੱਚ ਉਹ ਸਿਸਟਰ ਦੀ ਹੀ ਗੱਲ ਕਰਦੇ ਆ, ਜੋ ਸਟੋਰੀ ਡਿਸਕਲੋਜ਼ ਕਰਦੇ ਆ ਉਹ ਰਣਜੀਤ ਦੀ ਸਿਸਟਰ ਦੀ ਕਰਦੇ ਨੇ। ਜੀ ਦੂਜਾ ਮਰਡਰ ਹੁੰਦਾ ਹੈ ਛਤਰਪਤੀ ਦਾ, ਜੋ ਇਸ ਚਿੱਠੀ ਨੂੰ ਆਪਦੇ ਅਖਬਾਰ ਦੇ ਵਿੱਚ ਪਬਲਿਸ਼ ਕਰਦੇ ਨੇ। ਜੀ ਸੋ ਇਹ ਉਹ ਦੋ ਸ਼ਖਸ ਸੀਗੇ ਜਿਹੜੇ ਇਸ ਤਰ੍ਹਾਂ ਇਹਦੇ ਨਾਲ ਜੁੜੇ ਐਂਡ ਇਸੇ ਕੇਸ ਦੇ ਵਿੱਚ ਆ ਕੇ ਤੇ ਹੁਣ ਜਿਹੜੀ ਆ ਸਜ਼ਾ ਉਹ ਹੁੰਦੀ ਹੈ, ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਵਾਰ-ਵਾਰ ਬਹੁਤ ਸਾਰੇ ਉਹਨਾਂ ਦੇ ਸਮਰਥਕਾਂ ਵੱਲੋਂ ਜਾਂ ਹੋਰਨਾਂ ਲੋਕਾਂ ਵੱਲੋਂ ਵੀ ਇਹ ਝੂਠੀ ਚਿੱਠੀ ਸੀ ਜਾਂ ਝੂਠੇ ਕੇਸ ਦੇ ਵਿੱਚ ਬਾਬੇ ਨੂੰ ਫਸਾਇਆ ਗਿਆ। ਇੱਦਾਂ ਹੀ ਜੀ ਇਹਦੇ ਪਿੱਛੇ ਨਾ ਜੋ ਅੱਜ ਵੀ ਤੁਸੀਂ ਦੇਖਦੇ ਹੋ ਉਹਨਾਂ ਦੀ ਸੰਗਤ ਦੇ ਵਿੱਚ ਫੈਨੇਟਿਜ਼ਮ ਹੈ ਜਾਂ ਕਿਤੇ ਨਾ ਕਿਤੇ ਕੱਟੜਤਾ ਦਿਖਦੀ ਹੈ ਜਾਂ ਉਹ ਮੰਨਣ ਨੂੰ ਤਿਆਰ ਨਹੀਂ, ਚਾਹੇ ਕੁਛ ਮਰਜ਼ੀ ਹੋ ਜੇ। ਉਹਦੇ ਪਿੱਛੇ ਬੜਾ ਇੱਕ ਲੌਜੀਕਲ ਕਾਰਨ ਹੈ। ਜੋ ਉੱਥੇ ਜਾਣ ਵਾਲੇ ਜੋ ਵਿਅਕਤੀ ਸੀਗੇ, ਜੋ ਉੱਥੇ ਡੇਰੇ 'ਚ ਪੂਰੀ ਸ਼ਰਧਾ ਨਾਲ ਜਾਂਦੇ ਸੀ, ਉਹਨਾਂ ਨੇ ਮੇਰੇ ਕੋਲ ਡਿਸਕਲੋਜ਼ ਕੀਤਾ ਵੀ ਕਿਉਂਕਿ ਬਾਬਾ ਇਹ ਕਰਤੂਤਾਂ ਕਰ ਚੁੱਕਿਆ ਸੀ 2000 ਤੋਂ ਪਹਿਲਾਂ ਜੀ, ਤੇ 2001 ਜਾਂ 2 ਦੇ ਵਿੱਚ ਇਹ ਗੱਲਾਂ ਬਾਹਰ ਆ ਗਈਆਂ ਤੇ ਉਹਨੂੰ ਕਿਤੇ ਨਾ ਕਿਤੇ ਉਦੋਂ ਡਰ ਪੈਦਾ ਹੋ ਗਿਆ ਵੀ ਅੱਜ ਨਹੀਂ ਤਾਂ ਕੱਲ ਹੋ ਸਕਦਾ ਮੈਨੂੰ ਕੋਰਟ ਕਚਹਿਰੀ, ਹੋ ਸਕਦਾ ਮੈਨੂੰ ਥਾਣਿਆਂ 'ਚ ਜਾਣਾ ਪਵੇ। ਤੇ ਜਿਹੜੀ ਅੰਨੀ ਸ਼ਰਧਾ ਸੰਗਤ ਦੀ ਮੇਰੇ ਵਿੱਚ ਹੈ ਜਾਂ ਮੇਰੇ ਸਿਸਟਮ ਦੇ ਵਿੱਚ ਹੈ, ਉਹ ਕਿਤੇ ਡੋਲਣ ਲੱਗੂਗੀ। ਤਾਂ ਉਹਨੇ ਕੀ ਕੀਤਾ ਵੀ ਇਹ ਜੋ ਐਗਜ਼ਾਮਪਲ ਲੈਣੇ ਸ਼ੁਰੂ ਕੀਤੇ, ਜਿਵੇਂ ਸੈਲੀਬ੍ਰਿਟੀਜ਼ ਨੇ ਸਲਮਾਨ ਖਾਨ ਦੀ ਕਨਵਿਕਸ਼ਨ ਜਾਂ ਹੋਰ ਜਿਹੜੇ ਸੈਲੀਬ੍ਰਿਟੀਜ਼ ਦੀ ਕਨਵਿਕਸ਼ਨ ਹੋਈ ਹੈ, ਤਾਂ ਤੁਸੀਂ ਦੇਖਿਆ ਹੋਣਾ ਵੀ ਜਿੰਨਾ ਦੌਰ ਦੇ ਵਿੱਚ ਇਹਨਾਂ ਲੋਕਾਂ ਦੇ ਉੱਤੇ ਟ੍ਰਾਇਲ ਚੱਲ ਰਹੇ ਸੀ, ਇਹਨਾਂ ਨੇ ਬੜੇ ਵੱਡੇ ਪੈਮਾਨੇ ਤੇ ਸੋਸ਼ਲ ਵੈਲਫੇਅਰ ਦੀ ਐਕਟੀਵਿਟੀਜ਼ ਕਰਨੀਆਂ ਸ਼ੁਰੂ ਕੀਤੀਆਂ। ਉਹ ਸੋਸ਼ਲ ਵੈਲਫੇਅਰ ਦੀ ਐਕਟੀਵਿਟੀਜ਼ ਕਰਕੇ ਇਹਨਾਂ ਨੇ ਲੋਕਾਂ ਦੇ ਵਿੱਚ ਇੱਕ ਇਮੇਜ ਬਣਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹਨਾਂ ਦਾ ਬਿਜ਼ਨਸ ਐਸਾ ਸੀ ਪਿਕਚਰਸ ਦਾ ਜਾਂ ਮੂਵੀਜ਼ ਦਾ ਵੀ ਪਬਲਿਕ ਓਪੀਨੀਅਨ ਬੜਾ ਮੈਟਰ ਕਰਦਾ ਸੀ ਇਹਨਾਂ ਲੋਕਾਂ ਲਈ। ਉੱਥੋਂ ਹੀ ਪ੍ਰੇਰਨਾ ਲੈ ਕੇ ਇਹਨੇ ਆਪਦੇ ਬੰਦਿਆਂ ਨੂੰ ਜੋ ਹੈ ਇੱਕ ਤਾਂ ਮਾਈਂਡ ਵਾਸ਼ ਕਰਨਾ ਸ਼ੁਰੂ ਕੀਤਾ। ਇਹਨੇ ਇਹ ਕਹਿਣਾ ਸ਼ੁਰੂ ਕੀਤਾ ਵੀ ਅਸੀਂ ਵੱਡੇ ਪੈਮਾਨੇ ਤੇ ਜੋ ਹੈ ਨਸ਼ਾ ਛੁਡਾ ਰਹੇ ਹਾਂ, ਅਸੀਂ ਵੱਡੇ ਪੈਮਾਨੇ ਤੇ ਰੱਟਾ ਹੀ ਲਵਾਤਾ। ਉਹੀ ਉਹਨਾਂ ਦੇ ਸ਼ਰਧਾਲੂ ਰੱਟਾ ਮਾਰਦੇ ਨੇ ਪੂਰਾ, ਕਹਿੰਦੇ ਨੇ 134 ਮਾਨਵਤਾ ਭਲਾਈ ਕਾਰਨ ਪੂਰੀ ਲਿਸਟ ਰੱਟ ਰੱਖੀ ਹੈ। ਉਹ ਕਿਉਂਕਿ ਤੋਤੇ ਵਾਂਗੂ ਉਹਨਾਂ ਨੂੰ ਡੇਰੇ ਦੇ ਵਿੱਚ 2000 ਤੋਂ ਬਾਅਦ ਇਹ ਰਟਾਉਣੀ ਸ਼ੁਰੂ ਕਰਤੀ। ਬਾਰ-ਬਾਰ ਇਸ ਗੱਲ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਵੀ ਬੜੇ ਮਾਨਵਤਾ ਭਲਾਈ ਦੇ ਕੰਮ ਹੋ ਰਹੇ ਨੇ, ਬੜੇ ਮਾਨਵਤਾ ਭਲਾਈ ਦੇ ਕੰਮ ਹੋ ਰਹੇ ਨੇ। ਐਂਡ ਨਤੀਜਾ ਇਹ ਸੀ ਵੀ ਜੇ ਕੱਲ ਨੂੰ ਮੈਨੂੰ ਕੋਈ ਕਨਵਿਕਸ਼ਨ ਜਾਂ ਮੈਨੂੰ ਸਜ਼ਾ ਹੋ ਜਾਂਦੀ, ਕਿਉਂਕਿ ਅੰਦਰੋਂ ਤਾਂ ਉਹ ਕਾਣਾ ਸੀ, ਤੁਹਾਨੂੰ ਪਤਾ ਸੀ ਵੀ ਅੱਜ ਨਹੀਂ ਤਾਂ ਕੱਲ ਮੈਨੂੰ ਜੋ ਹੈ ਸਿਸਟਮ ਨੂੰ ਫੇਸ ਕਰਨਾ ਪਊਗਾ। ਤੇ ਉਦੋਂ ਮੇਰੀ ਸੰਗਤ ਡਾਮਾਡੋਲ ਨਾ ਹੋਵੇ, ਸਿਸਟਮ ਜੁੜਿਆ ਰਹੇ। ਉਹਨੇ ਉਸ ਲਈ ਇਹ ਸਿਸਟਮ ਬਣਾਇਆ ਆਪਦਾ ਵੀ ਪਹਿਲਾਂ ਹੀ ਉਹਨਾਂ ਅੱਗੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਇਹ ਫੀਡ ਕਰਨਾ ਸ਼ੁਰੂ ਕੀਤਾ, ਉਹਨਾਂ ਦੇ ਮਾਈਂਡਸ ਨੂੰ ਵਾਸ਼ ਕਰਨਾ ਸ਼ੁਰੂ ਕੀਤਾ ਵੀ ਇਹ ਮੈਂ ਮਾਨਵਤਾ ਭਲਾਈ ਦੇ ਕਾਰਨ ਕਰ ਰਿਹਾ, ਜਿਸ ਕਰਕੇ ਮੇਰੇ ਉੱਤੇ ਮਾਫੀਆ, ਡਰੱਗ ਮਾਫੀਆ, ਫਲਾਨਾ ਹੈ ਧਮਕਾ, ਉਹ ਮੇਰੇ ਨਾਲ ਜੋ ਹੈ ਪੰਗਾ ਲੈਣਾ ਚਾਹੁੰਦੇ ਨੇ। ਉਹ ਹੁਣ ਪਰਤ 2000 ਦੀ ਚੜੀ ਹੋਈ 2017 ਚ ਕਨਵਿਕਸ਼ਨ ਹੁੰਦੀ ਹੈ, 17 ਸਾਲਾਂ ਦੀ ਚੜੀ ਹੋਈ ਮੈਲ ਹੈ, ਉਹ ਹੌਲੀ ਹੌਲੀ ਉਤਰੂਗੀ। ਬਿਲਕੁਲ ਜੀ। ਅੱਛਾ ਜੋਸ਼ੀ ਸਾਹਿਬ, ਇਹ ਦੱਸੋ ਕਿ ਤੁਸੀਂ 2007 ਵਾਲੇ ਜਿਹੜਾ ਸਵਾਂਗ ਕੇਸ ਹੈ ਕਿ ਜਿਹਦੇ ਵਿੱਚ ਉਹਨੇ ਇੱਕ ਸਵਾਂਗ ਰਚਿਆ ਸੀ, ਜਿਹਦੇ ਬਾਰੇ ਕਿਹਾ ਜਾਂਦਾ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਉਵੇਂ ਦਾ ਹੀ ਇੱਕ ਸਵਾਂਗ ਉਹਨੇ ਰਚਾਇਆ ਸੀ ਉੱਥੇ, ਸ਼ਾਇਦ ਉੱਥੋਂ ਜਾਮੇ ਇਨਸਾਂ ਉਦੋਂ ਨੇ ਪਿਆਇਆ ਸੀ, ਉੱਥੋਂ ਕੁਝ ਕਹਾਣੀ ਸ਼ੁਰੂ ਹੁੰਦੀ ਹੈ। ਉਹ ਸਾਰੇ ਐਪੀਸੋਡ ਬਾਰੇ ਕੋਈ ਜੇ ਗੱਲ ਸਾਂਝੀ ਕਰਨੀ ਚਾਹੋ। ਉਹਦੇ ਬਾਰੇ ਦੇਖੋ ਜੀ, ਮੈਨੂੰ ਲੱਗਦਾ ਵੀ ਉਹ ਇਹਨਾਂ ਦੀ ਆਪਦੀ ਸ਼ਰਾਰਤ ਸੀ, ਪਰ ਇਹ ਤਾਂ ਹੁਣ ਉਹ ਕੇਸ ਨਾ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਹੋਇਆ। ਐਲੀਗੇਸ਼ਨ ਤਾਂ ਇਹ ਵੀ ਆਏ ਵੀ ਉਸ ਟਾਈਮ ਤੇ ਜੋ ਹੈ ਅਕਾਲੀ ਦਲ ਦੀ ਸਰਕਾਰ ਸੀ ਤੇ ਇਹਨਾਂ ਨੇ ਕਿਤੇ ਕੁਝ ਕਰਾਇਆ, ਪਰ ਜੇ ਉਸ ਟਾਈਮ ਦੀ ਸਿਚੁਏਸ਼ਨ ਨੂੰ ਦੇਖਿਆ ਜਾਵੇ ਤਾਂ ਹਜੇ ਸਰਕਾਰ ਬਣੀ ਨੂੰ 1-2 ਮਹੀਨੇ ਹੀ ਹੋਏ ਸੀਗੇ ਅਕਾਲੀ ਦਲ ਦੀ, ਇਲੈਕਸ਼ਨਾਂ ਹੋ ਕੇ ਹਟੀਆਂ ਸੀਗੀਆਂ। ਤੇ ਮੇਰੇ ਹਿਸਾਬ ਨਾਲ ਨਹੀਂ ਵੀ ਕੋਈ ਸੀਐਮ ਚਾਹੂਗਾ ਵੀ ਜਾਂ ਕੋਈ ਪਾਰਟੀ ਪੋਲੀਟੀਕਲ ਚਾਹੂਗੀ ਵੀ ਅਸੀਂ ਹੁਣੀ ਪਾਵਰ 'ਚ ਆਏ ਹਾਂ ਤੇ ਹੁਣੀ ਹਾਲਾਤ ਵਿਗੜਨੇ ਸ਼ੁਰੂ ਹੋਣ, ਇਸ ਰੂਪ 'ਚ ਹੋਣ, ਕਿਉਂਕਿ ਉਸ ਟਾਈਮ ਵੀ ਬਹੁਤ ਜ਼ਿਆਦਾ ਦੰਗੇ ਭੜਕੇ। ਉਸ ਕੇਸ ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਜੋ ਹੈ ਕਈ ਲਿਟੀਗੇਸ਼ਨਾਂ ਕੀਤੀਆਂ ਤੇ ਬਚ ਬਚਾਓ ਦੀ ਕੋਸ਼ਿਸ਼ ਕੀਤੀ।
ਐਂਡ ਆਫ ਦਾ ਡੇ ਇਹਨਾਂ ਨੇ ਸਮਝੌਤਾ ਵੀ ਕਰਾਇਆ, ਇੱਕ ਨੂਰ ਖਾਲਸਾ ਫੌਜ ਜਿਹੜੀ ਬਣ ਗਈ ਸੀਗੀ, ਤੇ ਜੋ ਪ੍ਰੇਮੀਆਂ ਦੇ ਵਿੱਚ ਝੜਪਾਂ ਹੋ ਰਹੀਆਂ ਸੀ ਉਹ ਹਾਈ ਕੋਰਟ ਦੇ ਵਕੀਲ ਸਾਹਿਬ ਨਾਲ ਮਿਲ ਕੇ ਉਹ ਦੋ ਪਾਰਟੀਆਂ ਦਾ ਇਹਨਾਂ ਨੇ ਸਮਝੌਤਾ ਕਰਾ ਕੇ ਚੀਜ਼ਾਂ ਨੂੰ ਪੈਸੀਫਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਵੀ ਚਾਹੇ ਪ੍ਰੇਮੀ ਨੇ ਚਾਹੇ ਸਿੱਖ ਸੰਗਤਾਂ ਨੇ, ਐਂਡ ਆਫ ਦਾ ਡੇ ਹੈਗੇ ਤਾਂ ਇਹ ਆਪਣੇ ਪੰਜਾਬੀ ਨੇ ਤੇ ਇੱਕ ਦੂਜੇ ਨਾਲ ਲੜ ਮਰ ਕੇ ਮਰ ਜਾਣਗੇ, ਤੇ ਹੈ ਕਿਸੇ ਦੀ ਸ਼ਰਾਰਤ। ਉਹ ਕੋਈ ਸ਼ਰਾਰਤ ਕੀਤੀ ਹੈ ਪਰ ਉਹਦੇ ਪਿੱਛੇ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਨਾਲ ਸਰਕਾਰਾਂ ਨੂੰ, ਕਿਉਂਕਿ ਦੋਨੇ ਸਰਕਾਰਾਂ ਵੋਟ ਬੈਂਕ ਦੇ ਚੱਕਰ ਦੇ ਵਿੱਚ ਉੱਥੇ ਜਾਂਦੀਆਂ ਸੀ ਤੇ ਪ੍ਰੋਪਰਲੀ ਉਸ ਮਾਮਲੇ ਨੂੰ ਇਨਵੈਸਟੀਗੇਟ ਨਹੀਂ ਕਰ ਸਕੇ ਵੀ ਮਤਲਬ ਅਸਲ ਦੇ ਵਿੱਚ ਉਹਦੇ ਕਾਰਨ ਕੀ ਸੀ। ਚਲੋ ਪਰ ਕਾਰਨ ਇਹ ਆ ਵੀ ਅੱਜ ਜੋ ਇਸ ਵਕਤ ਖਟਾਸ ਹੈ, ਜਦੋਂ ਤੁਸੀਂ ਉਹਨੇ ਜ਼ਿਕਰ ਕੀਤਾ ਕਿ ਇੱਕ ਪਾਸੇ ਸਿੱਖ ਭਾਈਚਾਰਾ ਦੂਸਰੇ ਪਾਸੇ ਡੇਰਾ ਪ੍ਰੇਮੀ ਨੇ, ਉਹਨਾਂ ਦੇ ਵਿੱਚ ਜਿਹੜੀ ਖਟਾਸ ਜਾਂ ਜਿਹੜੀ ਕਹਿ ਲਓ ਕਿ ਜ਼ਿਆਦਾ ਦੁਸ਼ਮਣੀ ਪੈਦਾ ਹੁੰਦੀ ਉਹ ਤੇ ਉਸੇ ਕੇਸ ਤੋਂ ਬਾਅਦ ਪੈਦਾ ਹੁੰਦੀ ਹੈ। ਹੁਣ ਵੀ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੀ ਅਗਲੀ ਚੀਜ਼ ਵਾਪਰਦੀ ਹੈ, ਜਿਹੜਾ ਕਿ ਬਿਲਕੁਲ ਆਪਾਂ ਕਿਸੇ ਚੀਜ਼ ਦਾ ਕਲਾਈਮੈਕਸ ਕਹਿ ਲਈਏ, ਉਹ 2015 ਦੇ ਵਿੱਚ ਸਾਹਮਣੇ ਆਉਂਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਇਹ 2007 ਤੋਂ ਲੈ ਕੇ 2015 ਦੇ ਵਿੱਚ ਬਹੁਤ ਸਾਰਾ ਕੁਛ ਐਸਾ ਵਾਪਰਿਆ ਘਟਿਆ ਹੋਊਗਾ, ਤੁਸੀਂ ਵੀ ਨੇੜਿਓਂ ਤੱਕਿਆ ਹੋਊਗਾ, ਜਿਹਦੇ 'ਚ ਲੱਗਦਾ ਹੋਊਗਾ ਕਿ ਵੀ ਇਹ ਸਾਰਾ ਕੁਛ ਇਸ ਪਾਸੇ ਜਾ ਸਕਦਾ। ਹੁਣ ਜੇ ਆਪਾਂ 2007 ਤੋਂ 2015 ਦੇ ਬੇਅਦਬੀ ਕਾਂਡ ਵਾਲੇ ਪਾਸੇ ਆਈਏ, ਹੁਣ ਜਦੋਂ ਤੁਸੀਂ ਮੁਹਿੰਮ ਹੀ ਚਲਾਈ ਹੋਈ ਹੈ ਪੰਜਾਬ ਮੰਗਦਾ ਇਨਸਾਫ, ਇਹ ਬੇਅਦਬੀ ਕਾਂਡ ਇਹਦੇ ਨਾਲ ਸੰਬੰਧਿਤ ਜੋ ਕੁਝ ਵੀ ਤੁਹਾਡੇ ਕੋਲ ਜਾਣਕਾਰੀ ਹੋਵੇ, ਜਾਂ ਜਿੱਦਾਂ ਤੁਸੀਂ ਜ਼ਿਕਰ ਹੁਣੇ ਕਰ ਰਹੇ ਸੀ ਥੋੜ੍ਹੀ ਦੇਰ ਪਹਿਲਾਂ, ਮੈਂ ਆਫ ਦਾ ਰਿਕਾਰਡ ਗੱਲ ਕਰਦਾ, ਖਟੜਾ ਸਾਹਿਬ ਨੇ ਜਿਹੜੀ ਉਹ ਜਾਂਚ ਕੀਤੀ, ਇਹਦੇ ਨਾਲ ਸੰਬੰਧਿਤ ਕੋਈ ਇਨਫੋਰਮੇਸ਼ਨ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੋ? ਬਿਲਕੁਲ, ਇਹ ਜਦੋਂ 2007 ਦੀ ਘਟਨਾ ਜਿਵੇਂ ਤੁਸੀਂ ਦੱਸਿਆ ਵਾਪਰੀ, ਉਦੋਂ ਬਾਅਦ ਕਈ ਸਿੱਖ ਪ੍ਰੀਚਰ ਸੀਗੇ, ਦਾਦੂਵਾਲ ਸਾਹਿਬ ਹੋ ਗਏ, ਹੋਰ ਮਾਝੀ ਜੀ ਹੋ ਗਏ, ਕਈਆਂ ਨੇ ਜੋ ਹੈ ਬਹੁਤ ਜ਼ੋਰ ਸ਼ੋਰ ਤੇ ਪੰਜਾਬ ਦੇ ਵਿੱਚ ਡੇਰੇ ਦੇ ਖਿਲਾਫ ਪ੍ਰਚਾਰ ਵਿੱਢਣਾ ਸ਼ੁਰੂ ਕੀਤਾ ਜੀ ਵੀ ਉਹ ਉੱਥੇ ਜੋ ਹੈ ਸ਼ੋਸ਼ਣ ਹੁੰਦਾ ਹੈ, ਕਿਵੇਂ ਲੋਕਾਂ ਦਾ ਜਾਂ ਗੁਰਬਾਣੀ ਨੂੰ ਹੀ ਤੋੜ ਮਰੋੜ ਕੇ ਜੋ ਹੈ ਅੱਗੇ ਰੱਖਿਆ ਜਾਂਦਾ ਤੇ ਆਪਦੇ ਹਿੱਤਾਂ ਨੂੰ ਪੂਰਾ ਕਰਨ ਲਈ ਇੱਥੇ ਲੋਕਾਂ ਨੂੰ ਵਰਤਿਆ ਜਾਂਦਾ। ਇਹਨਾਂ ਨੇ ਬੜਾ ਪ੍ਰਚਾਰ ਕੀਤਾ ਤੇ ਇਹਨਾਂ ਦੇ ਪ੍ਰਚਾਰ ਦੇ ਚੱਲਦੇ ਕਈ ਲੋਕ ਇਹਨਾਂ ਤੋਂ ਪ੍ਰੇਰਿਤ ਹੋ ਕੇ ਡੇਰੇ ਨੂੰ ਛੱਡਣਾ ਵੀ ਸ਼ੁਰੂ ਕੀਤਾ। ਜੋ ਘਟਨਾ ਬੇਅਦਬੀ ਦੀ ਵਾਪਰਦੀ ਹੈ, ਉਹਦੇ ਪਿੱਛੇ ਜੋ ਐਵੀਡੈਂਸ ਆਇਆ ਜਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਹੈ, ਉਹਦੇ ਵਿੱਚ ਵੀ ਇਹ ਆਉਂਦੀ ਹੈ ਗੱਲ ਵੀ ਇੱਕ ਦੀਵਾਨ ਲੱਗਿਆ ਸੀਗਾ ਜਿਹਦੇ ਵਿੱਚ ਮਾਝੀ ਜੀ ਨੇ ਜੋ ਹੈ ਕਾਫੀ ਆਪਦਾ ਜੋ ਹੈ ਸਤਸੰਗ ਕੀਤਾ ਤੇ ਉਹਦੇ ਤੋਂ ਪ੍ਰੇਰਿਤ ਹੋ ਕੇ ਬੜੇ ਉੱਥੇ ਦੇ ਰਹਿਣ ਵਾਲੇ ਲੋਕ ਜੋ ਡੇਰਾ ਸੱਚਾ ਸੌਦਾ ਨੂੰ ਮੰਨਦੇ ਸੀ, ਉਹਨਾਂ ਨੇ ਲਾਟਾਂ ਨੂੰ ਲੁਕੋਤਾ ਜਾਂ ਲਾਤਾ ਜਾਂ ਉਹ ਕੀਤਾ ਤੇ ਉਹਨਾਂ ਨੇ ਸਹੁੰ ਖਾਧੀਆਂ ਵੀ ਅਸੀਂ ਹੁਣ ਤੋਂ ਡੇਰੇ ਨਹੀਂ ਜਾਵਾਂਗੇ। ਇਹ ਖਬਰ ਜਦੋਂ ਡੇਰਾ ਮੁਖੀ ਨੂੰ ਪਤਾ ਲੱਗਦੀ ਹੈ ਤਾਂ ਉਹ ਹੁਕਮ ਦਿੰਦਾ ਵੀ ਇੱਥੇ ਜੇ ਮੇਰੇ ਲਾਕਟਾਂ ਨੂੰ ਰੋਲਿਆ ਤਾਂ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੈਂ ਐਂ ਹੀ ਰੋਲੂੰਗਾ। ਇਹ ਪ੍ਰੋਪਰ ਉਹਦੀ ਵਰਡਿੰਗ ਹੈ ਜਿਹੜੀ ਉਹਦੇ ਸ਼ਰਧਾਲੂਆਂ ਦੇ ਬਿਆਨਾਂ ਦੇ ਵਿੱਚ ਪੁਲਿਸ ਨੇ ਰਿਕਾਰਡ ਕੀਤੀ ਹੈ। ਨਹੀਂ ਇਹ ਜਿਹੜੀ ਇੱਕ ਮਿੰਟ ਜੋਸ਼ ਸਾਹਿਬ ਇੱਕ ਛੋਟੀ ਜਿਹੀ ਗੱਲ, ਇਹ ਜਿਹੜੀ ਚੀਜ਼ ਹੈ ਇਹ ਔਨ ਰਿਕਾਰਡ ਵੀ ਹੈ ਕਿਤੇ ਕਿ ਇਹ ਬਿਆਨ ਉਹਨੇ ਦਿੱਤਾ? ਇਹ ਬਿਲਕੁਲ ਜੀ, ਚਲਾਨਾਂ ਦੇ ਵਿੱਚ ਜਿਹੜਾ ਚਲਾਨ ਪੇਸ਼ ਕੀਤਾ ਉਹਨਾਂ ਨੇ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਪੁਲਿਸ ਨੇ, ਤੇ ਉਹਦੇ ਵਿੱਚ ਚਲਾਨ ਦੇ ਵਿੱਚ ਆਉਂਦੀ ਹੈ ਇਹ ਪ੍ਰੋਪਰ ਇਹ ਵਰਡਿੰਗ ਜਿਹੜੀ ਡੇਰਾ ਹੈਡ ਦੀ ਹੈ ਵੀ ਇਹ ਜਿਹੜੇ ਬੰਦੇ ਸੀਗੇ ਇਹਨਾਂ ਨੇ ਜਾ ਕੇ ਉੱਥੇ ਉਹਨਾਂ ਦੀ 45 ਮੈਂਬਰੀ ਕਮੇਟੀ ਨੂੰ ਦੱਸਿਆ, ਜਿਹਨੇ ਬਾਬੇ ਦੇ ਪੀਏ ਨੂੰ ਜੋ ਰਕੇਸ਼ ਦਿੜਬਾ ਸੀ ਉਹਨੂੰ ਦੱਸਿਆ, ਉਹਨੇ ਬਾਬੇ ਨੂੰ ਦੱਸਿਆ ਤੇ ਬਾਬੇ ਦੇ ਇਹ ਡਾਇਰੈਕਸ਼ਨਾਂ ਦਿੱਤੀਆਂ ਵੀ ਜਿਸ ਰੂਪ ਚ ਮੇਰੇ ਲਾਗਤ ਜਾਂ ਮੇਰੇ ਉਹਦੀ ਉਹ ਕੀਤੀ ਹੈ ਇਸੇ ਰੂਪ ਚ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਇਹ ਕਰਾਂਗੇ। ਅੱਛਾ ਜੀ। ਤੇ ਇਹਦੇ ਤੋਂ ਬਾਅਦ ਇਹਦੇ ਚ ਇੱਕ ਇਨਸੀਡੈਂਟ, ਇੱਕ ਕੇਸ ਆਉਂਦਾ ਜਦੋਂ ਇਹ ਬਾਬਾ ਫਿਲਮਾਂ ਵਾਲੇ ਪਾਸੇ ਤੁਰ ਪਿਆ ਸੀ, ਹੀਰੋ ਬਣ ਤੁਰ ਪਿਆ ਸੀ, ਨਾਲ ਹੀਰੋਇਨ ਵੀ ਉਹਨੇ ਆਪਣੀ ਉਹੀ ਮੂੰਹ ਬੋਲੀ ਧੀ, ਜਾਂ ਜਿਹਦੇ ਬਾਰੇ ਹੁਣ ਤੁਸੀਂ ਦੱਸ ਹੀ ਦਿੱਤਾ ਵੀ ਅਸਲ ਦੇ ਵਿੱਚ ਉਹ ਕੀ ਹੈ, ਉਹਨੂੰ ਹੀਰੋਇਨ ਬਣਾ ਲਿਆ ਸੀ। ਉਹ ਫਿਲਮ ਵਾਲੇ ਕੇਸ ਦਾ ਵੀ ਕੋਈ ਲਿੰਕ ਇਹਦੇ ਨਾਲ ਜੁੜਦਾ ਜਾਂ ਉਹ ਇੱਕ ਵੱਖਰਾ ਕੇਸ ਹੈ ਤੇ ਇੱਕ ਵੱਖਰੀ ਗੱਲ ਹੈ? ਫਿਲਮਾਂ ਦਾ ਤਾਂ ਦੇਖੋ ਜੀ, ਇਹ ਜੋ ਇਨਫੋਰਮੇਸ਼ਨ ਜੋ ਡਿਸਕਸ ਕਰਦੇ ਨੇ ਬੰਦੇ ਵੀ ਇਹ ਦਾਨ ਵਗੈਰਾ ਲੈਣਾ ਸ਼ੁਰੂ ਕਰਤਾ ਸੀ, ਇਹਨੇ ਸੰਗਤਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰਤਾ ਸੀ। ਇਹ ਜੇ ਕੋਈ ਸੋਕਾ ਪੈ ਗਿਆ ਕਿਤੇ, ਕੋਈ ਇਹੋ ਜਿਹੀ ਆਪਦਾ ਆ ਗਈ, ਇਹ ਪੈਸੇ ਇਕੱਠੇ ਕਰਨ ਲੱਗ ਗਿਆ ਸੀਗਾ। ਤੇ ਉਹ ਕਰਦਾ ਕੀ ਸੀ ਵੀ ਜਿਵੇਂ ਤੂੜੀ ਦੇ ਟਰੱਕ ਮੰਗਾ ਲਏ, ਅੱਡ ਅੱਡ ਬਲੋਕਾਂ ਦੀ ਡਿਊਟੀ ਲਾਤੀ ਵੀ ਤੂੜੀ ਦੇ ਟਰੱਕ ਲਿਆਓ, ਸਾਰੇ ਟਰੱਕ ਇਕੱਠੇ ਕਰਕੇ ਉੱਥੇ ਡੇਰੇ ਦੇ ਵਿੱਚ ਖੜੇ ਕਰਕੇ ਉਹਨਾਂ ਨਾਲ ਫੋਟੋ ਖਿਚਾ ਲੈਣੀ, ਤੇ ਫੋਟੋ ਖਿਚਾਉਣ ਤੋਂ ਬਾਅਦ ਜੀ ਉੱਥੋਂ ਰਵਾਨਾ ਕਰਤੇ ਝੰਡੀ ਦੇ ਕੇ, ਤੇ ਉੱਥੋਂ ਜੇ ਡੇਰੇ ਤੋਂ 40 ਟਰੱਕ ਰਵਾਨਾ ਹੋਏ ਨੇ ਤਾਂ 2 ਜਾਂ 3 ਟਰੱਕ ਉੱਥੇ ਪਹੁੰਚਣਗੇ ਜਿੱਥੇ ਬਾਕੀ ਸੋਕਾ ਪਿਆ, ਤੇ ਬਾਕੀ 35-36 ਟਰੱਕਾਂ ਨੂੰ ਇਹ ਲਿਜਾ ਕੇ ਕਿਸੇ ਹੋਰ ਕਲੈਤ ਡੇਰੇ 'ਚ ਜਾਂ ਕਿਤੇ ਹੋਰ ਜਿੱਥੇ ਲੋੜ ਆ ਉੱਥੇ ਤੂੜੀ ਵੇਚ ਆਉਂਦੇ ਸੀ। ਤਾਂ ਇਹਨੇ ਬਹੁਤ ਤਰੀਕੇ ਨਾਲ ਸਬਜ਼ੀਆਂ ਵੇਚ ਜਾਂ ਖੂਨਦਾਨ ਕੈਂਪ ਖੂਨ ਦਾ ਕੈਂਪ ਲਾ ਕੇ
ਕੁਛ ਖੂਨ ਨੂੰ ਜੋ ਹੈ ਦਾਨ ਚ ਕਰ ਦੇਣਾ, ਬਾਕੀ ਇਹਨੇ ਬਲੱਡ ਬੈਂਕਾਂ ਜਾਂ ਹੋਰ ਨਾਲ ਸੌਦੇ ਕਰਕੇ ਸੰਗਤਾਂ ਦਾ ਸ਼ੋਸ਼ਣ ਕਰਦੇ। ਹੁਣ ਸੰਗਤਾਂ ਤਾਂ ਚਲੋ ਉਹਨਾਂ ਨੂੰ ਤਾਂ ਐਂ ਲੱਗਦਾ ਅਸੀਂ ਮਾਨਵਤਾ ਭਲਾਈ ਦੇ ਕਾਰਨ ਕਰ ਰਹੇ ਹਾਂ, ਅੰਦਰੂਨੀ ਗੱਲ ਕੀ ਹੁੰਦੀ ਹੈ, ਕਿਸ ਰੂਪ ਚ ਉਹਨਾਂ ਦਾ ਸ਼ੋਸ਼ਣ ਹੁੰਦਾ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ। ਉਹਨਾਂ ਨੂੰ ਐ ਹੁੰਦਾ ਵੀ ਅਸੀਂ ਡੋਨੇਸ਼ਨ ਕਰਕੇ ਆ, ਇਹ ਚੀਜ਼ਾਂ ਵੇਚਣ ਤੇ ਲੱਗਿਆ ਹੋਇਆ ਸੀ। ਹੁਣ ਉਹ ਸਕਿਨ ਬੈਂਕ ਮਿਲਿਆ ਜੀ ਤੇ ਕਿੰਨਾ ਹੀ ਜਦੋਂ ਆਪ ਇਹਨਾਂ ਦੇ ਜਿਹੜੇ ਚੇਅਰਮੈਨ ਸਾਹਿਬ ਸੀਗੇ ਇਹਨਾਂ ਦੇ ਟਰਸਟ ਦੇ, ਡਾਕਟਰ ਨੈਣ ਨੇ ਆਪਦੀ ਸਟੇਟਮੈਂਟ 'ਚ ਮੰਨਿਆ ਜਦੋਂ 2017 ਦੇ ਵਿੱਚ ਕਨਵਿਕਸ਼ਨ ਹੋਈ ਵੀ ਸਾਡੇ ਇੱਥੇ ਜਿਹੜੇ ਡੇਰੇ ਦੇ ਵਿੱਚ ਨੇ ਅਣਗਿਣਤ ਕੰਕਾਲ ਤਾਂ ਮਿਲਣਗੇ। ਉਹ ਅਲੱਗ ਗੱਲ ਹੈ ਵੀ ਲਾਅ ਅਫਸਰ ਜੋ ਕੋਰਟ ਦੇ ਵੱਲੋਂ ਅਪਾਇੰਟਡ ਸੀਗੇ ਉਹਨਾਂ ਨੇ ਉਹ ਖੁਦਾਈ ਨਹੀਂ ਕਰਾ ਕੇ ਦੇਖੀ ਵੀ ਉਹਨਾਂ ਦਾ ਪ੍ਰੋਪਰ ਰਿਕਾਰਡ ਹੈ ਜਾਂ ਨਹੀਂ। ਇਹਨਾਂ ਨੇ ਆਪ ਮੰਨਿਆ ਤੇ ਡੈਡ ਬੋਡੀਜ਼ ਇਹ ਵੇਚਦੇ ਰਹੇ ਨੇ ਅੱਡ ਮੈਡੀਕਲ ਕਾਲਜਸ ਨੂੰ। ਜਿਹੜੇ ਲਾਵਾਰਿਸ ਲੋਕ ਉੱਥੇ ਪਰਿਵਾਰਾਂ ਤੋਂ ਦੂਰ ਹੋ ਕੇ ਜਾਂ ਦੁਨਿਆਵੀ ਚੀਜ਼ਾਂ ਛੱਡ ਕੇ ਡੇਰੇ ਜਾ ਕੇ ਰਹਿਣ ਲੱਗ ਗਏ ਸੀ, ਜਿਨ੍ਹਾਂ ਦਾ ਪਤਾ ਲੱਗ ਜਾਂਦਾ ਸੀ ਇਹਨਾਂ ਨੂੰ ਵੀ ਅੱਗੇ ਪਿੱਛੇ ਇਹਨਾਂ ਦੇ ਕੋਈ ਨਹੀਂ ਹੈ, ਤਾਂ ਉਹਨਾਂ ਦੇ ਅੰਗਾਂ ਨੂੰ ਯੂਜ਼ ਕਰਨਾ ਜਾਂ ਉਹਨਾਂ ਦੀ ਸਰੀਰਾਂ ਨੂੰ ਬਾਅਦ ਚ ਵੇਚਣਾ ਜਾਂ ਉਹਨਾਂ ਦੀ ਡੈਡ ਬੋਡੀਆਂ ਚੋਂ ਅੰਗ ਕੱਢ ਕੇ ਵੇਚਣਾ, ਇਹ ਇਹਨਾਂ ਦੇ ਬਿਜ਼ਨਸ ਬਣੇ ਪਏ ਸੀਗੇ ਉਸ ਸਮੇਂ। ਉਹ ਤੁਹਾਡਾ ਭਲਾ ਜੋ ਇਨਵੈਸਟੀਗੇਸ਼ਨ ਹੋਈਆਂ ਨੇ ਉਹਨਾਂ ਦੇ ਵਿੱਚ ਕੁਝ ਚੀਜ਼ਾਂ ਤਾਂ ਬਾਹਰ ਆਈਆਂ ਵੀ ਨੇ ਵੀ ਇਲੀਗਲ ਇਹ ਹਸਪੀਟਲ ਦੇ ਵਿੱਚ ਕਿੰਨੇ ਹੀ ਕੰਮ ਜਿਹੜੇ ਆ ਇਲੀਗਲ ਹੋ ਰਹੇ ਸੀ, ਜਾਂ ਕਿੰਨੀਆਂ ਹੀ ਐਸੀਆਂ ਬਲੱਡ ਬੈਂਕਸ ਜਾਂ ਸਕਿਨ ਬੈਂਕ ਮਿਲੇ ਨੇ ਜਿਹੜੇ ਇਲੀਗਲ ਚਲਾ ਰਹੇ ਸੀ ਡੇਰਾ। ਜੋਸ਼ ਸਾਹਿਬ, ਆਹ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਇਹ ਤਾਂ ਹੋ ਸਕਦਾ ਵੀ ਕੰਨਾਂ 'ਚੋਂ ਧੂੰਆਂ ਕੱਢਣ ਵਾਲੀਆਂ ਨੇ ਵੀ ਕੀ ਕੁਛ ਚੱਲੀ ਜਾਂਦਾ, ਪਰ ਉਹਦੇ ਨਾਲ ਵੀ ਕਈ ਵਾਰ ਦੁੱਖ ਹੁੰਦਾ ਕਿ ਜਦੋਂ ਕਿਸੇ ਦੀ ਵੀ ਸ਼ਰਧਾ, ਹੁਣ ਜਿਹੜਾ ਬੰਦਾ ਸ਼ਰਧਾਲੂ ਆ ਉਹ ਤਾਂ ਇੱਕ ਸ਼ਰਧਾਵਾਨ ਆ। ਜਦੋਂ ਤੁਸੀਂ ਖੁਦ ਵੀ ਦੱਸਿਆ ਕਿ ਪਰਿਵਾਰ ਤੁਹਾਡਾ ਵੀ ਕਦੀ ਕਿਤੇ ਉੱਥੇ ਸ਼ਰਧਾ ਦੇ ਤੌਰ 'ਤੇ ਜਾਂਦਾ ਸੀ, ਪਰ ਹੁਣ ਜਿਹੜਾ ਬੰਦਾ ਇੱਕ ਆਸਥਾ ਰੱਖ ਕੇ ਸ਼ਰਧਾਵਾਨ ਹੋ ਕੇ ਉੱਥੇ ਜਾਂਦਾ, ਜਦੋਂ ਉਹਨੂੰ ਪਤਾ ਲੱਗਦਾ ਵੀ ਉੱਥੇ ਮੇਰੇ ਨਾਲ ਆਹ ਕੁਛ ਹੋ ਰਿਹਾ, ਇਹ ਬੜੀ ਦੁਖਦਾਈ ਗੱਲ ਹੈ। ਅੱਛਾ, ਮੈਂ ਦੁਬਾਰਾ ਤੁਹਾਨੂੰ ਬੇਅਦਬੀ ਕਾਂਡ ਵਾਲੇ ਪਾਸੇ ਲੈ ਕੇ ਆਉਣਾ ਚਾਹੁੰਦਾ। ਬੇਅਦਬੀ ਕਾਂਡ 2015 ਦੇ ਵਿੱਚ ਵਾਪਰਦਾ ਹੈ, ਤੁਸੀਂ ਉਸ ਕੇਸ ਨਾਲ ਵੀ ਜੁੜੇ ਹੋ, ਉਹਦੇ ਇਨਸਾਫ ਦੀ ਵੀ ਗੱਲ ਕਰ ਰਹੇ ਹੋ। ਹੁਣ ਜੇ ਮੈਂ ਗਲਤ ਨਹੀਂ ਤਾਂ ਤੁਸੀਂ ਉਹਦੇ ਵਿੱਚ ਇਹ ਕੇਸ ਦੀ ਗੱਲ ਕਰ ਰਹੇ ਹੋ ਕਿ ਵੀ ਬੇਅਦਬੀ ਕਾਂਡ ਦੇ ਵਿੱਚ 2018 ਦੇ ਵਿੱਚ ਇੱਕ ਪਟੀਸ਼ਨ ਪਾਈ ਸੀ। ਜੀ 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 ਜੀ। ਤੇ ਉਸ ਦਾ ਮਜ਼ਮੂਨ ਇਹ ਸੀ ਵੀ ਜਦੋਂ ਇਨਵੈਸਟੀਗੇਸ਼ਨ ਖਰੜਾ ਸਾਹਿਬ ਨੇ ਕੀਤੀ ਤੇ ਬੜੀ ਮਤਲਬ ਕਿ ਪ੍ਰਸ਼ੰਸਾਯੋਗ ਗੱਲ ਹੈ ਵੀ ਉਹਨਾਂ ਨੇ 2011 ਦੇ ਮਾਮਲੇ ਚੱਕੇ। ਇੱਕ ਕੇਸ ਸੀਗਾ ਫਕੀਰ ਚੰਦ ਮਰਡਰ ਕੇਸ, ਜਿਹਦੇ ਵਿੱਚ ਜਦੋਂ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਚੱਲਦੇ ਇੱਕ FIR ਰਜਿਸਟਰ ਹੋ ਗਈ ਡੇਰਾ ਹੈਡ ਦੇ ਖਿਲਾਫ ਫਕੀਰ ਚੰਦ ਦੇ ਮਰਡਰ ਦੀ, ਤਾਂ ਬਾਬੇ ਨੇ ਜੋ ਹੈ ਅੱਡ-ਅੱਡ ਜਗ੍ਹਾਵਾਂ ਤੇ ਪੰਜਾਬ ਤੇ ਹਰਿਆਣੇ ਦੇ ਵਿੱਚ ਸਰਕਾਰੀ ਸੰਪत्ति ਨੂੰ ਜੋ ਹੈ ਨੁਕਸਾਨ ਪਹੁੰਚਾਇਆ। ਕੁਝ ਬੱਸਾਂ ਸਾੜੀਆਂ ਗਈਆਂ, ਮੋਗੇ ਵੀ ਕੁਝ ਬੱਸਾਂ ਸਾੜੀਆਂ ਗਈਆਂ, ਹੋਰ ਵੀ ਕਈ ਥਾਵਾਂ ਤੇ ਇਹੋ ਜਿਹੇ ਇੰਸੀਡੈਂਟ ਹੋਏ ਵੀ ਇਹਨਾਂ ਨੇ ਰੋਸ ਪ੍ਰਗਟਾਇਆ ਵੀ ਸਾਡੇ ਬਾਬੇ ਦੇ ਖਿਲਾਫ FIR ਕਿਵੇਂ ਦਰਜ ਹੋਗੀ। ਉਹਨਾਂ FIRਾਂ ਨੂੰ ਖਰੜਾ ਸਾਹਿਬ ਇਨਵੈਸਟੀਗੇਟ ਕਰਨ ਲੱਗੇ ਤਾਂ ਉਹਦੇ ਵਿੱਚ ਜੋ ਲੋਕ ਐਕਟਿਵਲੀ ਡੇਰੇ ਦੇ ਪ੍ਰੇਮੀ ਇਨਵੋਲਡ ਸੀਗੇ ਉਹਨਾਂ ਨੂੰ ਇਹਨਾਂ ਨੇ ਪੁੱਛਗਿੱਛ ਕਰਨੀ ਸ਼ੁਰੂ ਕੀਤੀ, ਜਿੱਥੇ ਮਹਿੰਦਰਪਾਲ ਸਿੰਘ ਬਿੱਟੂ ਤੇ ਹੋਰ ਬੰਦਿਆਂ ਦੇ ਨਾਮ ਆਏ ਜਿਹੜੇ ਇਹ ਉੱਭਰ ਕੇ ਆਏ ਵੀ ਇਹ ਬੜੇ ਫੈਨੇਟਿਕ ਬੰਦੇ ਨੇ। ਤੇ ਉਹਨਾਂ ਨੇ ਕਬੂਲਿਆ ਵੀ ਹਾਂ ਅਸੀਂ ਜੋ ਹੈ ਗੁਰੂ ਗ੍ਰੰਥ ਸਾਹਿਬ ਨੂੰ ਉੱਥੋਂ ਚੋਰੀ ਕੀਤਾ। ਤੇ ਸਾਨੂੰ ਉਸ ਗੱਲ ਦਾ, ਹਾਲਾਂਕਿ ਇਹ ਵੀ ਗੱਲਾਂ ਆਈਆਂ ਵੀ ਉਹ ਬੰਦੇ ਨੂੰ ਮਹਿੰਦਰਪਾਲ ਬਿੱਟੂ ਜਦੋਂ ਜੇਲ੍ਹ 'ਚ ਸੀਗਾ ਉਹਨੂੰ ਇਹਨਾਂ ਗੱਲਾਂ ਦਾ ਅਫਸੋਸ ਵੀ ਹੋਣਾ ਸ਼ੁਰੂ ਹੋ ਗਿਆ ਸੀ ਵੀ ਇਹ ਕੰਮ ਸਾਤੋਂ ਗਲਤ ਹੋ ਗਿਆ। ਤੇ ਪਰ ਉਹਨਾਂ ਗੱਲਾਂ ਦੇ ਚੱਲਦੇ ਬਾਅਦ ਦੇ ਵਿੱਚ ਖਬਰ ਆਉਂਦੀ ਹੈ ਵੀ ਉਹਨਾਂ ਨੂੰ ਜੇਲ੍ਹ 'ਚ ਮਾਰ ਦਿੱਤਾ ਗਿਆ, ਜੋ ਕਿ ਇੱਕ ਅਲੱਗ ਵਿਸ਼ੇ ਹੈ ਵੀ ਉਹ ਇਸ ਕਰਕੇ ਮਾਰਿਆ ਗਿਆ ਵੀ ਉਹਨੇ ਸਿੱਖ ਸੰਗਤਾਂ ਦਾ ਦਿਲ ਦਿਖਾਇਆ, ਕਿ ਇਸ ਕਰਕੇ ਮਾਰਿਆ ਗਿਆ ਵੀ ਕਿਤੇ ਕੋਈ ਆਵਾਜ਼ ਨਾ ਬਾਹਰ ਆ ਜਾਏ, ਕੋਈ ਗੱਲ ਨਾ ਬਾਹਰ ਆਵੇ, ਜਾਂ ਇਹ ਕਿਸੇ ਦਾ ਨਾਮ ਨਾ ਲੈ ਬੈਠੇ ਕਿ ਕਿਸ ਕਨਸਪੀਰੇਸੀ ਦੇ ਚੱਲਦੇ ਉਹਨੂੰ ਮਾਰਿਆ ਗਿਆ। ਜੇਲ੍ਹ ਦੇ ਵਿੱਚ ਕਿਸੇ ਬੰਦੇ ਦੀ ਹੱਤਿਆ ਕਰ ਦੇਣਾ, ਉਹ ਵੀ ਜਿਹੜਾ ਇੰਨਾ ਇੰਪੋਰਟੈਂਟ ਵਿਟਨੈਸ ਹੋਵੇ, ਇਹ ਵੀ ਵਿਸ਼ਾ ਬੜਾ ਅਲੱਗ ਹੈ, ਪਰ ਉਹ ਗੱਲ ਬਾਹਰ ਨਹੀਂ ਆ ਸਕੀ ਅਜੇ ਤੱਕ। ਜੋਈ ਸਾਹਿਬ, ਇੱਕ ਚੀਜ਼ ਦੱਸਿਓ ਕਿ ਇਹ ਜਿਹੜੀ ਇਸ ਵਕਤ ਜਾਂਚ ਚੱਲਦੀ ਪਈ ਆ ਤੇ ਜਿਹੜਾ ਹੁਣ ਕਿਹਾ ਜਾ ਰਿਹਾ ਕਿ 6 ਬੰਦੇ ਗ੍ਰਿਫਤਾਰ ਕਰ ਲਏ ਗਏ ਆ, ਤੇ ਬਾਅਦ ਦੇ ਵਿੱਚ ਜਿੱਦਾਂ ਹੁਣ ਜਿਹੜੀ ਲੇਟੈਸਟ ਸਿੱਟ ਬਣੀ ਹੈ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਵੀ ਇਹ ਬੰਦੇ ਉਹੀ ਨੇ ਜਿਹੜੇ ਪਹਿਲਾਂ ਸੀ, ਜਿਨ੍ਹਾਂ ਦਾ ਨਾਮ ਪਹਿਲਾਂ ਆਉਂਦਾ ਸੀ। ਇਹ ਬੰਦਿਆਂ ਦਾ ਲਿੰਕ ਜਿਹੜਾ ਹੈ ਉਹ ਕਿਵੇਂ ਕਿੱਥੇ ਜਾ ਕੇ ਜੁੜਦਾ? ਕਿਉਂਕਿ ਉਹਨਾਂ ਵੱਲੋਂ ਜਿਹੜੇ ਵਕੀਲ ਸਾਹਿਬ ਪੇਸ਼ ਹੁੰਦੇ ਉਹ ਇਹ ਕਹਿੰਦੇ ਆ ਵੀ ਜਾਣਬੁੱਝ ਕੇ ਇਹਨਾਂ ਨੂੰ ਤੰਗ ਕੀਤਾ ਜਾ ਰਿਹਾ, ਪਹਿਲਾਂ ਵੀ ਗ੍ਰਿਫਤਾਰ ਕੀਤੇ ਸੀ, ਇਹਨਾਂ ਦੀ ਜ਼ਮਾਨਤ ਫਿਰ ਹੋ ਗਈ ਹੈ ਜੀ, ਸਿਰਫ ਤੇ ਸਿਰਫ ਰਾਜਨੀਤਿਕ ਕਾਰਨ ਕਰਕੇ ਇਹਨਾਂ ਨੂੰ ਦੋਹਰੇ ਫੜ ਕੇ ਅੰਦਰ ਕਰ ਦਿੱਤਾ। ਤੁਸੀਂ ਇਸ ਕੇਸ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਇਹਨਾਂ ਨੇ ਕੀ ਕੀਤਾ ਹੁਣ ਵੀ ਇਹ ਪਹਿਲਾਂ 2 ਕੇਸਾਂ ਦੇ ਵਿੱਚ ਇਹਨਾਂ ਨੂੰ ਹੋਰ ਦੇ ਵਿੱਚ ਜੋ ਹੈ ਜ਼ਮਾਨਤ ਮਿਲ ਚੁੱਕੀ ਸੀ ਜੀ, ਤੇ ਇਹਨਾਂ ਨੇ ਨਵੀਂ FIR ਦੇ ਵਿੱਚ ਇਹਨਾਂ ਨੂੰ ਨਾਮਜ਼ਦ ਕਰਤਾ, ਇੱਕ ਆਫੈਂਸ ਨੂੰ ਇਨਕਰੀਜ਼ ਕਰਤਾ। ਜਿਹੜੇ ਪਹਿਲਾਂ ਆਫੈਂਸਾਂ ਦੇ ਵਿੱਚ ਇਹਨਾਂ ਨੂੰ ਬੇਲ ਮਿਲੀ ਹੋਈ ਸੀ ਉਹਨਾਂ ਨੇ ਆਫੈਂਸ ਦਾ ਵਾਧਾ ਕਰਕੇ ਜੋ ਇਹਨਾਂ ਨੂੰ ਅਰੈਸਟ ਕਰ ਲਿਆ ਇਸ ਟਾਈਮ ਤੇ। ਪਲੱਸ ਉਸੇ ਚਲਾਨ ਦੇ ਵਿੱਚ ਡੇਰਾ ਹੈਡ ਦਾ ਨਾਮ ਵੀ
ਆ ਰਿਹਾ ਕਨਸਪੀਰੇਸੀ ਦੇ ਵਿੱਚ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਚਲਾਨ ਪੇਸ਼ ਕੀਤੇ ਨੇ ਇਹਨਾਂ ਨੇ ਕੋਰਟਾਂ ਦੇ ਵਿੱਚ, ਉਹਦੇ ਵਿੱਚ ਪਹਿਲਾਂ ਹੀ ਇਹ ਗੱਲ ਆ ਰਹੀ ਹੈ। ਜਸਟਿਸ ਰਣਜੀਤ ਸਿੰਘ ਜਿਹੜਾ ਕਮਿਸ਼ਨ ਸੀ, ਉਹਨਾਂ ਦੀ ਜਿਹੜੀ ਇਨਕੁਆਇਰੀ ਰਿਪੋਰਟ ਸੀ, ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਬੰਦੇ ਰਿਪੋਰਟ ਕਰਦੇ ਸੀ ਇੱਕ ਕਮੇਟੀ ਨੂੰ, ਜਿਹੜੀ ਰਿਪੋਰਟ ਕਰਦੀ ਸੀ ਰਕੇਸ਼ ਦਿੜਵੇ ਨੂੰ, ਜੋ ਰਿਪੋਰਟ ਕਰਦਾ ਸੀ ਡੇਰਾ ਹੈਡ ਨੂੰ। ਡੇਰਾ ਹੈਡ ਤੋਂ ਡਾਇਰੈਕਸ਼ਨਾਂ ਲੈ ਕੇ ਉਹ ਫਰਦਰ ਅੱਗੇ ਦੀ ਅੱਗੇ ਇਹਨਾਂ ਲੋਕਾਂ ਤੱਕ ਉਹ ਡਾਇਰੈਕਸ਼ਨਾਂ ਆਉਂਦੀਆਂ ਸੀ। ਇਹ ਤਾਂ ਫੈਨੇਟਿਕ ਫਾਲੋਅਰ ਸੀਗੇ। ਅਸਲ ਬੰਦਾ ਕਨਸਪੀਰੇਟਰ ਜਾਂ ਮੋਟਿਵ ਕੀ ਸੀ ਇਸ ਚੀਜ਼ ਦੇ ਪਿੱਛੇ, ਜਾਂ ਬੈਨੀਫੀਸ਼ੀਅਰੀ ਕੌਣ ਸੀ ਇਸ ਚੀਜ਼ ਦਾ, ਉਹ ਬੰਦੇ ਤੱਕ ਜਿਹੜਾ ਲਿੰਕ ਸੀਗਾ, ਉਹ ਇਹ ਫਿਲਹਾਲ ਇਹ ਬੰਦੇ ਨੇ ਜਿਨ੍ਹਾਂ ਨੇ ਮਤਲਬ ਕਿ ਕਿਤੇ ਨਾ ਕਿਤੇ ਬਿਆਨਾਂ ਦੇ ਵਿੱਚ ਇਹ ਕਬੂਲਿਆ ਹੋਇਆ ਵੀ ਅਸੀਂ ਉੱਥੋਂ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ, ਅਸੀਂ ਫਲਾਨੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ, ਜਾਂ ਫਿਰ ਉਹਦੀ ਬੇਅਦਬੀ ਕਰਕੇ ਅਸੀਂ ਉਹ ਵਰਕੇ ਖਿਲਾਰੇ, ਜਾਂ ਅਸੀਂ ਉਹ ਪੋਸਟਰ ਲਗਾਏ। ਇਹ ਉਹ ਵਿਅਕਤੀ ਨੇ। ਲੇਕਿਨ ਜਿਨ੍ਹਾਂ ਤੋਂ ਇਹਨਾਂ ਵਿਅਕਤੀਆਂ ਨੇ ਡਾਇਰੈਕਸ਼ਨਾਂ ਲਈਆਂ, ਜਿਹੜੇ ਬੰਦੇ ਨੇ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਵੀ ਹਾਂ ਤੁਸੀਂ ਇਹ ਕਰ ਦਿਓ, ਇਹ ਹੁਕਮ 'ਚ ਹੈ, ਇਹ ਰਜ਼ਾ 'ਚ ਹੈ ਚੀਜ਼, ਉਹ ਬੰਦੇ ਨੂੰ ਹਜੇ ਤੱਕ ਜੋ ਹੈ ਇਨਵੈਸਟੀਗੇਸ਼ਨ ਟੀਮ ਨੇ ਹਜੇ ਉਹ ਬੰਦੇ ਨੂੰ ਨਹੀਂ ਪੁੱਛਿਆ। ਬਾਕੀ ਜਿਹੜਾ ਡਾਇਰੈਕਟ ਲਿੰਕ ਬਣ ਰਿਹਾ, ਜਿਹੜੇ ਬੰਦਾ ਬੈਨੀਫੀਸ਼ੀਅਰੀ ਹੈ, ਕਿਉਂਕਿ ਉਸ ਸਮੇਂ ਕੋਈ ਫਿਲਮਾਂ ਰਿਲੀਜ਼ ਕਰਨ ਦੀ ਗੱਲ ਸੀਗੀ, ਉਸ ਸਮੇਂ ਕਿਸੇ ਬੰਦੇ ਨੂੰ ਜੋ ਹੈ ਪੰਜਾਬ ਦੇ ਵਿੱਚ ਜਾਂ ਉਹ ਅਕਾਲ ਤਖਤ ਦੇ ਵੱਲੋਂ ਜੋ ਉਸ ਨੂੰ ਪ੍ਰੋਹਿਬਿਟ ਕੀਤਾ ਹੋਇਆ ਸੀ, ਉਸ ਚੀਜ਼ ਦੀ ਵੀ ਮਾਫੀ ਦਿਵਾਉਣ ਦੀ ਗੱਲ ਸੀ, ਉਹ ਬੰਦਾ ਬੈਨੀਫੀਸ਼ੀਅਰੀ ਸੀ। ਤੇ ਜਦੋਂ ਉਹ ਬੰਦਾ ਤੁਹਾਡੇ ਕੋਲੇ ਜੇਲ੍ਹ ਦੇ ਵਿੱਚ ਅਵੇਲੇਬਲ ਹੈ, ਕੋਈ ਜ਼ਿਆਦਾ ਡਿਫਿਕਲਟੀ ਨਹੀਂ ਹੈਗੀ, ਤਾਂ ਤੁਸੀਂ ਉਹਨੂੰ ਕੁਐਸਚਨ ਕਰਨਾ ਜੋ ਹੈ ਉਹ ਵੀ ਜ਼ਰੂਰੀ ਅਹਿਮ ਕੜੀ ਬਣਦੀ ਸੀ। ਅਸੀਂ ਇਨਵੈਸਟੀਗੇਸ਼ਨ ਨੂੰ ਜਾਂ ਹੁਣ ਦੇ ਲਿੱਤੇ ਐਕਸ਼ਨਸ ਨੂੰ ਤਾਂ ਸਿੰਸੀਅਰ ਮੰਨੀਏ ਜੇ ਪ੍ਰੋਪਰ ਤਰੀਕੇ ਨਾਲ ਡੇਰਾ ਹੈਡ ਨੂੰ ਜੋ ਹੈ ਇਨਵੈਸਟੀਗੇਟ ਕਰਨ, ਉਹ ਤੋਂ ਪ੍ਰੋਪਰਲੀ ਪੁੱਛਗਿੱਛ ਕਰਨ ਇਸ ਮਾਮਲੇ ਦੇ ਵਿੱਚ, ਕਿ ਵੀ ਇਹ ਜਿਹੜੀ ਬੇਅਦਬੀ ਹੋਈ ਆ ਉਹਦੇ ਵਿੱਚ ਉਹਦਾ ਲਿੰਕ ਬਣਦਾ, ਕਿਉਂਕਿ ਇਹਦਾ ਬੈਨੀਫਿਟ ਉਹਨੂੰ ਹੋਣਾ ਸੀ। ਐਂਡ ਜਿਹੜਾ ਤੁਸੀਂ ਪਹਿਲਾਂ ਕੋਟ ਕਰਕੇ ਹਟਿਓ ਕਿ ਵੀ ਉਹਨੇ ਖੁਦ ਕਿਹਾ ਸੀ ਵੀ ਜੇ ਮੇਰੇ ਲੋਕਟਾਂ ਨਾਲ ਇਦਾਂ ਕੀਤਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਨਾਲ ਇਦਾਂ ਕਰੂੰਗਾ, ਇਹ ਇੱਕ ਕੜੀ ਜੋੜਨ ਦੀ ਗੱਲ ਕਰ ਰਹੇ ਤੁਸੀਂ? ਬਿਲਕੁਲ 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 ਜੀ। ਅੱਛਾ, ਇਹਦੇ ਵਿੱਚ ਜੋ ਡਾਇਰੈਕਟ ਪੀਏ ਰਕੇਸ਼ ਦਿੜਵਾ, ਹਜੇ ਤੱਕ ਉਹ ਵੀ ਜੋ ਹੈ ਉਹ ਓਪਨਲੀ ਫਿਰ ਰਹੇ। ਇਹਨਾਂ ਦੇ ਆਪਦੇ ਫਾਲੋਅਰ ਨੇ ਜੋ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਗਏ ਸੀ, ਜਿਹਦੇ ਵਿੱਚ ਉਹਨਾਂ ਨੇ ਫੋਟੋਗ੍ਰਾਫਸ ਤੇ ਉਹਦੀਆਂ ਵੀਡੀਓਗ੍ਰਾਫਸ ਵੀ ਮੀਡੀਆ ਨੂੰ ਅਵੇਲੇਬਲ ਕਰਾਈਆਂ ਵੀ ਇਹ ਬੰਦਾ ਵਿਆਹਾਂ ਦੇ ਵਿੱਚ ਪਾਰਟਿਸਿਪੇਟ ਕਰਦਾ ਫਿਰਦਾ ਹੈ, ਫੰਕਸ਼ਨਾਂ ਦੇ ਵਿੱਚ ਸਰਸੇ 'ਚ ਓਪਨਲੀ ਫਿਰਦਾ, ਤੇ ਪੁਲਿਸ ਕਹਿ ਰਹੀ ਹੈ ਵੀ ਇਹ ਸਾਡੀ ਪਹੁੰਚ ਤੋਂ ਬਾਹਰ ਹੈ, ਪੀਏ ਹੋਏ ਪਏ ਨੇ, ਸਾਨੂੰ ਮਿਲ ਨਹੀਂ ਰਹੇ, ਦੇਸ਼ ਛੱਡ ਕੇ ਭੱਜ ਚੁੱਕੇ, ਜਦਕਿ ਉਹ ਬੰਦਾ ਪ੍ਰੋਪਰਲੀ ਇੱਥੇ ਹੀ ਫਿਰਦਾ ਤੇ ਰਹਿ ਰਿਹਾ। ਇਹਨਾਂ ਦੇ ਆਪਦੇ ਫਾਲੋਅਰਸ ਨੇ ਕੁਝ ਦਿਨ ਪਹਿਲਾਂ ਹੀ ਪੀਸੀ ਕਰਕੇ ਇਹ ਸਾਰੀਆਂ ਗੱਲਾਂ ਜੋ ਹੈ ਮੀਡੀਆ ਦੇ ਅੱਗੇ ਸਾਰੇ ਲੋਕਾਂ ਦੇ ਸਾਹਮਣੇ ਰੱਖੀਆਂ ਨੇ। ਅੱਛਾ, ਇੱਕ ਚੀਜ਼ ਸਮਝਾਓ ਜੋਸ਼ੀ ਸਾਹਿਬ ਕਿ ਇਹ ਸਾਰੇ ਕੁਛ ਦੇ ਵਿੱਚ ਜਦੋਂ ਬਾਬਾ ਅੰਦਰ ਹੈ, ਹੁਣ ਜੇ ਨਾਲੇ ਇਹ ਵੀ ਦੱਸ ਦਿਓ ਕਿ ਉਹਨੂੰ ਸਜ਼ਾ ਕਿਹੜੇ ਕੇਸ 'ਚ ਹੋਈ ਆ, ਕਿੰਨੇ ਚਿਰ ਦੀ ਹੋਈ ਆ, ਅਤੇ ਜਦੋਂ ਤੁਸੀਂ ਦੱਸ ਰਹੇ ਹੋ ਵੀ ਇੰਨੇ ਕੇਸ ਉਹਦੇ 'ਤੇ ਅਜੇ ਚੱਲ ਰਹੇ ਨੇ ਜਾਂ ਪੈਂਡਿੰਗ ਨੇ ਜਾਂ ਆਉਣ ਵਾਲੇ ਨੇ, ਇਹ ਸਾਰੇ ਕੁਛ ਦੇ ਦੌਰਾਨ ਜਦੋਂ ਇਹ ਚਰਚਾ ਚੱਲਦੀ ਹੈ ਵੀ ਬਾਬੇ ਨੂੰ ਪੈਰੋਲ ਮਿਲ ਗਈ, ਉਹਨੂੰ ਕੋਈ ਨਹੀਂ ਜੀ ਬਾਹਰ ਕੱਢ ਦਿਓ, ਸ਼ਾਇਦ ਕੱਲ੍ਹ ਤੱਕ ਇਹ ਵੀ ਚਰਚਾ ਚੱਲਦੀ ਵੀ ਨਹੀਂ ਸ਼ਾਇਦ ਉਹਨੂੰ ਜ਼ਮਾਨਤ ਹੀ ਮਿਲ ਜੇ ਜੀ, ਪੱਕੀ ਉਹ ਬਾਹਰ ਆ ਜਾਵੇ, ਇਹਨਾਂ ਗੱਲਾਂ 'ਚ ਕਿੰਨੀ ਕੁ ਸੱਚਾਈ ਹੈ ਜਾਂ ਕਿੰਨੀਆਂ ਕੁ ਗੱਲਾਂ ਇਹ ਕਾਨੂੰਨ ਦੇ ਹਿਸਾਬ ਨਾਲ ਹੋ ਰਹੀਆਂ, ਜਾਂ ਇਹਨਾਂ 'ਚ ਵੀ ਕਿਤੇ ਨਾ ਕਿਤੇ ਕੋਈ ਝੋਲ ਹੈਗਾ? ਦੇਖੋ ਜੀ, ਜੇ ਕੰਡਕਟ ਹਰਿਆਣਾ ਸਰਕਾਰ ਦਾ ਜਾਂ ਬੀਜੇਪੀ ਸਰਕਾਰ ਦਾ ਦੇਖਿਆ ਜਾਵੇ ਇਹਦੇ ਵਿੱਚ, ਤਾਂ ਇਹਦੀ ਸਜ਼ਾ ਤੋਂ ਪਹਿਲਾਂ ਤੋਂ ਲੈ ਕੇ ਦੇਖੋ, ਪਹਿਲਾਂ ਰਣਜੀਤ ਮਰਡਰ ਹੋਇਆ ਉਹ ਹਰਿਆਣੇ 'ਚ ਹੋਇਆ, ਛਤਰਪਤੀ ਮਰਡਰ ਹੋਇਆ ਉਹ ਹਰਿਆਣੇ 'ਚ ਹੋਇਆ, ਗੁੰਮਨਾਮ ਚਿੱਠੀ ਆਈ ਉਹਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਆ ਉਹ ਹਰਿਆਣਾ ਪੁਲਿਸ ਕੋਲੇ ਸੀ। ਤੁਸੀਂ ਇਹ ਸਾਰਾ ਡਿਊਰੇਸ਼ਨ ਦੇਖ ਲਓ, ਇਹ ਸਾਰੇ ਡਿਊਰੇਸ਼ਨ ਦੇ ਦੌਰਾਨ ਹਰਿਆਣਾ ਸਰਕਾਰ ਨੇ ਹਮੇਸ਼ਾ ਕਲੀਨ ਚਿੱਟ ਦਿੱਤੀ। ਉਹਨਾਂ ਨੇ ਕਦੇ ਨਹੀਂ ਮੰਨਿਆ ਵੀ ਇਹ ਡੇਰੇ ਦੇ ਵਿੱਚ ਕੁਝ ਗਲਤ ਕੰਮ ਹੋ ਰਿਹਾ ਹੈ ਜਾਂ ਕੋਈ ਗਲਤ ਇਹ ਕ੍ਰਾਈਮ ਕੀਤੇ ਗਏ ਨੇ। ਇਹਨਾਂ ਨੇ ਹਮੇਸ਼ਾ ਕਲੀਨ ਚਿੱਟ ਦਿੱਤੀ। ਉਹ ਤਾਂ ਜਦੋਂ ਕੋਈ ਸੈਂਟਰਲ ਏਜੰਸੀ ਆ ਗਈ ਜਾਂ ਦਬਾਅ ਵਧੇ ਜਾਂ ਕੋਈ ਹੋਰ ਇਹੋ ਜਿਹੇ ਐਵੀਡੈਂਸ ਆ ਗਏ, ਫਿਰ ਇਹਨਾਂ ਨੂੰ ਮਜਬੂਰਨ ਉਹ ਕਰਨਾ ਪਿਆ। ਹੁਣ ਵੀ ਜਦੋਂ ਇਹਦੀ ਕਨਵਿਕਸ਼ਨ ਹੋਈ ਹੈ, ਇਹਨੂੰ ਪੰਚਕੂਲੇ ਲੈ ਕੇ ਆਉਣਾ ਸੀ, ਤੁਸੀਂ ਦੇਖਿਆ ਵੀ ਪ੍ਰਸ਼ਾਸਨ ਕਿਸ ਰੂਪ ਦੇ ਵਿੱਚ ਹਾਈ ਕੋਰਟ ਦੇ ਵਿੱਚ ਗਲਤ ਸਟੇਟਮੈਂਟਾਂ ਦੇ ਰਿਹਾ ਸੀ ਵੀ ਐਵਰੀਥਿੰਗ ਇਜ਼ ਅੰਡਰ ਕੰਟਰੋਲ। ਤੇ ਆਪਾਂ ਸਭ ਨੇ ਮੀਡੀਆ ਦੇ ਵਿੱਚ ਉਸ ਦਿਨ 25 ਅਗਸਤ ਨੂੰ ਦੇਖਿਆ ਵੀ ਕੀ ਕੰਟਰੋਲ ਦੇ ਵਿੱਚ ਸੀ ਹਰਿਆਣਾ ਸਰਕਾਰ ਦੇ। ਇਹ ਤਾਂ ਮਾਣਯੋਗ ਹਾਈ ਕੋਰਟ ਤੇ ਜਸਟਿਸ ਸਾਰੋ ਸਾਹਿਬ ਦੀ ਜੋ ਹੈ ਦੂਰਦਰਸ਼ਿਤਾ ਸੀ, ਜੋ ਉਹਨਾਂ ਨੇ ਉਸ ਸਮੇਂ CRPF ਦੇ ਆਰਡਰ ਕਰਤੇ, ਜਿਹਦੇ ਨਾਲ ਸਥਿਤੀ ਨੂੰ ਕਾਬੂ 'ਚ ਕੀਤਾ ਗਿਆ। ਇੱਕ ਅਹਿਮ ਗੱਲ ਹੋਰ ਹੈ ਜੋ ਆਮ ਲੋਕਾਂ ਤੱਕ ਨਹੀਂ ਪਤਾ, ਵੀ ਇੱਕ 336 FIR 26 ਅਗਸਤ 2017 ਨੂੰ ਹੋਈ, ਜਿਹਦੇ ਵਿੱਚ ਜਦੋਂ ਡੇਰਾ ਹੈਡ ਨੂੰ ਉਹ ਜਿਹੜੇ ਕੋਰਟ ਪ੍ਰੈਮਾਈਸਿਸ ਸੀਗੇ ਪੰਚਕੂਲਾ ਦੇ CBI ਕੋਰਟ ਦੇ, ਉੱਥੋਂ ਜਦੋਂ ਉਹਦੇ ਹੈਲੀਪੈਡ ਤੱਕ ਲੈ ਕੇ ਜਾਇਆ ਜਾ ਰਿਹਾ ਸੀ, ਤਾਂ ਡੇਰਾ ਹੈਡ ਨੂੰ ਉਦੋਂ ਪਹਿਲਾਂ ਜ਼ੈਡ ਸਿਕਿਉਰਿਟੀ ਮਿਲੀ ਹੋਈ ਹੈ ਤੇ ਇਹਦੇ ਕਮਾਂਡੋ ਨੇ, ਤਾਂ
ਜਿਹੜੀ ਉਹਨਾਂ ਦੀ ਇੱਕ ਸਫਾਰੀ ਗੱਡੀ ਉਹਨਾਂ ਦੇ ਨਾਲ ਫਿਰਦੀ ਸੀ, ਜਿਹਦੇ ਵਿੱਚ ਜੈਮਰ ਵੀ ਲੱਗੇ ਹੋਏ ਸੀਗੇ, ਉਹ ਸਫਾਰੀ ਗੱਡੀ ਨੇ, ਜਿਹੜੀ ਸਕੋਰਪੀਓ ਗੱਡੀ ਦੇ ਵਿੱਚ ਡੇਰਾ ਹੈਡ ਨੂੰ ਲਿਜਾਇਆ ਜਾ ਰਿਹਾ ਸੀ, ਉਹਨੂੰ ਗਲਤ ਤਰੀਕੇ ਨਾਲ ਕੱਟ ਮਾਰ ਕੇ ਓਵਰਟੇਕ ਕੀਤਾ। ਮੂਹਰੇ ਜਾ ਕੇ ਉਹ ਗੱਡੀ ਉਤਰੀ, ਉਹ ਰੁਕੀ, ਉਹ ਗੱਡੀ ਦੇ ਵਿੱਚ ਉਹ ਕਮਾਂਡੋ ਉਤਰੇ, ਉਹਨਾਂ ਨੇ ਫਾਇਰਿੰਗ ਸ਼ੁਰੂ ਕੀਤੀ ਤੇ ਕਿਸੇ ਤਰੀਕੇ ਨਾਲ ਹਰਿਆਣਾ ਪੁਲਿਸ ਦੇ ਜੋ ਜਵਾਨ ਇਹਨਾਂ ਨੂੰ ਡੇਰਾ ਹੈਡ ਨੂੰ ਲੈ ਕੇ ਜਾ ਰਹੇ ਸੀ ਜੇਲ੍ਹ ਦੇ ਵਿੱਚ, ਉਹਨਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ। ਮੁਕਾਬਲਾ ਕਰਕੇ ਉਹ ਬੰਦਿਆਂ ਨੂੰ ਕਾਬੂ ਕੀਤਾ ਗਿਆ। ਕੁਦਰਤੀ ਉੱਥੇ ਫੋਰਸ ਹੋਰ ਆ ਗਈ, ਜਿਨੇ ਇਹ 5 ਜਿਹੜੇ ਡੇਰਾ ਹੈਡ ਦੇ ਪਰਸਨਲ ਸਿਕਿਉਰਿਟੀ ਗਾਰਡ ਸਰਕਾਰ ਵੱਲੋਂ ਕਮਾਂਡੋ ਮਿਲੇ ਹੋਏ ਸੀ, ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਨੂੰ ਅਰੈਸਟ ਕੀਤਾ। ਇਹਨਾਂ ਕੋਲੋਂ ਲਾਈਟ ਮਸ਼ੀਨ ਗਨ ਜੋ ਹੈ ਉਹ ਔਨ ਰਿਕਾਰਡ FIR ਦੀ ਗੱਲ ਕਰ ਰਿਹਾ ਮੈਂ 336, ਇਹ ਜਨਤਕ ਹੈ, ਪਬਲਿਕ ਡੋਮੇਨ ਦੀ ਗੱਲ ਹੈ। ਲਾਈਟ ਮਸ਼ੀਨ ਗਨ ਬਰਾਮਦ ਹੋਈ, ਕਈ ਮਾਊਜ਼ਰ ਪਿਸਟਲ ਬਰਾਮਦ ਹੋਏ, ਕਾਰਤੂਸ ਬਰਾਮਦ ਹੋਏ ਇਹਨਾਂ ਦੇ ਕੋਲੋਂ, ਤੇ ਇਹ ਬੰਦਿਆਂ ਨੂੰ ਅਰੈਸਟ ਕੀਤਾ ਗਿਆ। ਪਰ ਉਹ ਹੁਣ ਇੱਕ ਅਟੈਂਪਟ ਸੀਗੀ ਕਿਸੇ ਦੋਸ਼ੀ ਨੂੰ ਜੋ ਹੈ ਭਜਾਉਣ ਦੀ, ਉਹਨੂੰ escape ਕਰਾਉਣ ਦੀ। ਲੇਕਿਨ ਇਹ ਚੀਜ਼ ਦੇ ਵਿੱਚ ਹੁਣ ਕਿਹਨੂੰ escape ਕਰਾਉਣਾ ਸੀ, ਕਿਹੜਾ ਕਨਵਿਕਟ ਜਾ ਰਿਹਾ ਸੀ, ਉਸ ਬੰਦੇ ਨੂੰ ਨਾ ਤਾਂ ਇਸ FIR ਦੇ ਵਿੱਚ ਨਾਮਜ਼ਦ ਕੀਤਾ। ਇਹ ਸਾਡੇ ਵੱਲੋਂ ਖੱਟਾ ਸਿੰਘ ਦੇ ਵੱਲੋਂ ਅਸੀਂ ਪਟੀਸ਼ਨ ਪਾਈ ਹੋਈ ਹੈ ਪੰਚਕੂਲੇ ਦੇ ਵਿੱਚ ਵੀ ਜਿਹੜੀਆਂ FIR ਹੋਈਆਂ, ਜਿਹੜਾ 200 ਕਰੋੜ ਤੋਂ ਉੱਤੇ ਦਾ ਕਹਿੰਦੇ ਨੁਕਸਾਨ ਹੋਇਆ ਹਰਿਆਣਾ ਦੇ ਵਿੱਚ, ਪੰਚਕੂਲਾ ਦੇ ਵਿੱਚ, ਤੇ ਕੁਝ 200 ਤੋਂ ਉੱਤੇ FIR ਹੋਈਆਂ, 40 ਲੋਕਾਂ ਨੇ ਜਾਨਾਂ ਗਵਾਈਆਂ। ਉਹ ਅਲੱਗ-ਅਲੱਗ FIR ਦੇ ਵਿੱਚ ਡੇਰਾ ਹੈਡ ਦੇ ਲਈ ਤਾਂ ਉਹ ਲੋਕ ਉੱਥੇ ਆਏ ਸੀਗੇ, ਇਹਦੀ ਪ੍ਰੇਰਣਾ ਦੇ ਨਾਲ ਤਾਂ ਉਹ ਸਾਰਾ ਇਨਸੀਡੈਂਟ ਵਾਪਰਿਆ ਉੱਥੇ। ਇਹਨੂੰ ਕਿਸੇ ਵੀ FIR ਦੇ ਵਿੱਚ ਨਾਮਜ਼ਦ ਨਹੀਂ ਕੀਤਾ ਗਿਆ। ਤੇ ਦੇਖੋ ਹਰਿਆਣਾ ਸਰਕਾਰ ਦੀ, ਇਹ ਕਹਿੰਦੇ ਨੇ ਵੀ ਅਸੀਂ ਬੜਾ ਸਿਸਟਮ ਨਾਲ ਚਲਾਇਆ ਤੇ ਬੜਾ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ। ਕਿੰਨਾ ਕੁ ਲਾਅ ਐਂਡ ਆਰਡਰ ਮੇਨਟੇਨ ਸੀ? ਤੇ ਜਿਹੜੇ ਬੰਦੇ ਨੂੰ ਇਸ ਲੈਵਲ ਤੇ LMG ਲਿਆ ਕੇ ਕੋਈ ਕਿਸੇ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਹੋਵੇ, ਉਸ ਬੰਦੇ ਨੂੰ ਤੁਸੀਂ 3 ਵਾਰ ਤਾਂ ਪਹਿਲਾਂ ਪੈਰੋਲ ਦੇ ਚੁੱਕੇ ਹੋ ਜੀ। ਇਹ ਤੀਜੀ ਵਾਰ ਸੀ ਜੋ ਕੱਲ ਪਰਸੋਂ ਇਹਨੂੰ ਬਾਹਰ ਲੈ ਕੇ ਆਂਦਾ ਗਿਆ। ਇਹਨੂੰ ਤੀਜੀ ਵਾਰ ਲੈ ਕੇ ਆਏ ਨੇ ਤੇ ਇਹਨਾਂ ਨੂੰ ਬਿਲਕੁਲ ਪਰਵਾਹ ਨਹੀਂ ਹੁੰਦੀ ਵੀ ਇਹ ਹਜੇ ਉਹਦਾ ਨਾ ਥੋੜਾ ਮਾਹੌਲ ਬਣਾ ਰਹੇ ਨੇ ਵੀ ਇਹ ਆ ਗਿਆ ਜੀ, 24 ਘੰਟਿਆਂ ਦੇ ਲਈ ਆ ਗਿਆ, 48 ਘੰਟਿਆਂ ਲਈ ਆ ਗਿਆ। ਜਦਕਿ ਇਹਨਾਂ ਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜੇ ਇੱਕ ਵਾਰ ਇਹ ਪ੍ਰੋਪਰਲੀ ਸਰਸੇ ਪਹੁੰਚ ਜਾਂਦਾ ਹੈ ਜਾਂ ਕੁਝ ਸਮੇਂ ਲਈ ਇਹਨੂੰ ਬਾਹਰ ਰੱਖ ਲਿਆ ਤਾਂ ਇਹਦੇ ਇੰਨੇ ਅਨੁਯਾਈ ਇਕੱਠੇ ਹੋ ਜਾਣਗੇ ਵੀ ਮੁੜ ਕੇ ਇਹਨੂੰ ਵਾਪਸ ਲਿਜਾਣਾ ਫੇਰ ਮੁਸ਼ਕਿਲ ਹੋ ਜਾਊਗਾ। ਇਹਨਾਂ ਦੇ ਆਪਦੇ ਐਫੀਡੇਵਿਟ ਦਿੱਤੇ ਹੋਏ ਨੇ ਕੋਰਟਸ ਦੇ ਵਿੱਚ ਵੀ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਜਾਂਦੀ। ਹੁਣ ਕੀ ਹਾਲਾਤ ਚੇਂਜ ਹੋ ਗਏ ਨੇ, ਜਿੱਦਣ ਹੁਣ 24 ਤਰੀਕ ਜਦੋਂ ਇਹਨੂੰ ਬਾਹਰ ਕੱਢਿਆ ਦੁਬਾਰਾ, ਤਾਂ ਫੇਰ ਦੁਬਾਰਾ ਉੱਥੇ ਜੋ ਹੈ ਕਲੈਸ਼ ਹੋਣ ਵਾਲੀ ਸਥਿਤੀ ਇਕੱਠੀ ਹੋ ਗਈ ਸੀ। ਇਹਦੇ ਫਾਲੋਅਰਸ ਇਕੱਠਾ ਹੋਣਾ ਸ਼ੁਰੂ ਹੋ ਗਏ ਸੀ ਗੜਗਾਉਂ ਦੇ ਵਿੱਚ, ਤੇ ਦੂਜੇ ਪਾਸੇ ਇਹ ਵੀ ਕਹਿ ਰਹੇ ਵੀ ਸਿੱਖ ਸੰਗਤਾਂ ਦਾ ਵੀ ਜਮਾਵੜਾ ਉੱਥੇ ਸ਼ੁਰੂ ਹੋ ਗਿਆ ਸੀ ਤੇ ਸਥਿਤੀ ਜਿਹੜੀ ਹੈ ਬੜੀ ਕ੍ਰਿਟੀਕਲ ਹੋ ਗਈ ਸੀ ਉੱਥੇ, ਤੇ ਉਹਨੂੰ ਪੈਸੀਫਾਈ ਕਰਨ ਲਈ ਤੁਰੰਤ ਇਹਨੂੰ ਸਨਾਰੀਆ ਜੇਲ੍ਹ ਵਾਪਸ ਭੇਜਿਆ ਗਿਆ। ਪਤਾ ਨਹੀਂ ਕਿਉਂ ਪ੍ਰਸ਼ਾਸਨ ਇਹਨਾਂ ਗੱਲਾਂ ਨੂੰ ਜੋ ਹੈ ਤਾਕ ਤੇ ਰੱਖ ਕੇ ਇਹਨੂੰ ਬਾਰ-ਬਾਰ ਇਹਨੂੰ ਰਿਲੀਜ਼ ਕਰ ਰਿਹਾ, ਜਦਕਿ ਹਾਈ ਕੋਰਟ ਦੀਆਂ ਆਬਜ਼ਰਵੇਸ਼ਨਸ ਨੇ, ਕਿਉਂਕਿ ਇਸ ਤੋਂ ਪਹਿਲਾਂ ਉਹ 6 ਵਾਰ ਪਹਿਲਾਂ ਪੈਰੋਲ ਲਾ ਚੁੱਕਿਆ। ਉਹਦੇ ਵਿੱਚ ਪਹਿਲਾਂ ਤਾਂ ਉਹਨੇ ਗਰਾਊਂਡ ਲਿਆ ਵੀ ਮੈਂ ਆਪਣੀ ਉਹਦੀ ਡਾਟਰ ਵੱਲੋਂ, ਫੋਸਟਰ ਡਾਟਰ ਹੈ ਜੋ ਉਹਦੀ ਰੀਅਲ ਡਾਟਰ ਵੀ ਨਹੀਂ ਹੈ, ਫੋਸਟਰ ਡਾਟਰ ਬਣਾ ਕੇ ਇੱਕ ਅਲੈਜਡਲੀ ਉਹਨੇ ਕਿਹਾ ਵੀ ਮੈਂ ਵਿਆਹ ਨਹੀਂ ਕਰਾਉਂਦੀ ਜਦ ਤੱਕ ਡੇਰਾ ਹੈਡ ਮੈਨੂੰ ਆ ਕੇ ਆਸ਼ੀਰਵਾਦ ਨਹੀਂ ਦਿੰਦਾ। ਚਲੋ ਉਹ ਤੇ ਕੋਰਟ ਨੇ ਇਤਰਾਜ਼ ਜਤਾਇਆ ਤਾਂ ਇਹਨਾਂ ਨੇ ਉਹ ਵਿਡਰਾਅ ਕਰ ਲਈ। ਉਦੋਂ ਬਾਅਦ ਇਹਨਾਂ ਨੇ ਇੱਕ ਹੋਰ ਵਾਰ ਫੋਸਟਰ ਡਾਟਰ ਦੇ ਲਈ ਪਹਿਲਾਂ ਸਸਪੈਂਸ਼ਨ ਆਫ ਸੈਂਟੈਂਸ ਲਈ, ਫਿਰ ਇਹਨਾਂ ਨੇ ਪੈਰੋਲ ਉਸੇ ਵੱਲੋਂ ਲਾਤੀ। ਫਿਰ ਕੋਰਟ ਨੇ ਇਤਰਾਜ਼ ਜਤਾਇਆ, ਫਿਰ ਜੀ ਕਹਿੰਦੇ ਵੀ ਇਹਦੀ ਮਦਰ ਦੀ ਹੈਲਥ ਉਹ ਹੈ ਖਰਾਬ ਹੈ, ਤਾਂ ਕੋਰਟਸ ਨੇ ਕੀ ਕੀਤਾ ਵੀ ਆਰਡਰ ਕਰਤਾ ਸਰਸਾ ਪ੍ਰਸ਼ਾਸਨ ਨੂੰ ਵੀ ਇਹਦੇ ਵਿੱਚ ਇਨਵੈਸਟੀਗੇਟ ਕਰੋ ਤੇ ਰਿਪੋਰਟ ਪੇਸ਼ ਕਰੋ। ਸਰਸਾ ਪ੍ਰਸ਼ਾਸਨ ਨੇ ਇੱਕ ਮੈਡੀਕਲ ਬੋਰਡ ਬਿਠਾਇਆ ਜਿਹਨੇ ਇਹਦੀ ਮਦਰ ਦੀ ਜੋ ਹੈ ਜਾਂਚ ਕੀਤੀ, ਤੇ ਉਹਨਾਂ ਨੇ ਕਿਹਾ ਵੀ ਕੋਈ ਇਹਦੀ ਕ੍ਰਿਟੀਕਲ ਸਿਚੁਏਸ਼ਨ ਨਹੀਂ ਹੈ, ਤੇ ਇਹਦੀ ਪੈਰੋਲ ਦੀ ਅਰਜ਼ੀ ਨੂੰ ਫੇਰ ਰਿਜੈਕਟ ਕੀਤਾ ਗਿਆ। ਉਦੋਂ ਬਾਅਦ ਕਹਿੰਦਾ ਜੀ ਮੈਂ ਜ਼ਮੀਨ ਕਾਸਤ ਕਰਨੀ ਹੈ, ਮੇਰੀ ਜ਼ਮੀਨ ਦੀ ਐਗਰੀਕਲਚਰਲ ਲੈਂਡ ਹੈ ਜਿਹਨੂੰ ਮੈਂ ਹਲਵਾਉਣਾ ਹੈ ਜਾ ਕੇ ਉੱਥੇ, ਉਸ ਚੀਜ਼ ਨੂੰ ਕੋਰਟ ਨੇ ਰਿਜੈਕਟ ਕੀਤਾ। ਤੇ ਜਦੋਂ ਕੋਰਟ ਇਹ ਰਿਜੈਕਟ ਕਰਦੀ ਰਹੀ ਹੈ, ਕੋਰਟ ਕਮੈਂਟ ਕਰਦੀ ਰਹੀ ਹੈ ਵੀ ਇਹੋ ਜਿਹੇ ਬੰਦੇ ਨੂੰ ਜੇ ਰਿਲੀਜ਼ ਕਰਤਾ ਤਾਂ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਸਕਦੀ ਹੈ, ਇਹਦੇ ਖਿਲਾਫ ਪੈਂਡਿੰਗ ਕੇਸਿਸ ਚੱਲ ਰਹੇ ਨੇ। ਤੇ ਇਹ ਜੇ ਇਨਫਲੂਐਂਸ਼ੀਅਲ ਬੰਦਾ ਨਹੀਂ ਤਾਂ ਹੋਰ ਇਨਫਲੂਐਂਸ਼ੀਅਲ ਬੰਦਾ ਕੌਣ ਹੋਊਗਾ ਜਿਹਦੇ ਇੱਕ ਇਸ਼ਾਰੇ ਤੇ ਲੋਕ ਦੂਜੇ ਬੰਦੇ ਦਾ ਮਰਡਰ ਕਰ ਦਿੰਦੇ। ਤੇ ਇਹ ਐਗਜ਼ਾਮਪਲ ਸੈੱਟ ਕਰ ਚੁੱਕਿਆ ਕਈ ਲੋਕਾਂ ਦੇ ਲਈ, ਬੰਦਾ ਥ੍ਰੈਟਫੁਲ ਸਿਚੁਏਸ਼ਨ ਕ੍ਰੀਏਟ ਕਰ ਚੁੱਕਿਆ। ਫਿਰ ਵੀ ਇਸ ਬੰਦੇ ਨੂੰ ਜੋ ਹੈ ਤੁਸੀਂ ਬਾਰ-ਬਾਰ ਰਿਲੀਜ਼ ਕਰ ਰਹੇ ਹੋ, ਬਾਰ-ਬਾਰ ਬਾਹਰ ਲੈ ਕੇ ਆ ਰਹੇ ਹੋ। ਇਸੇ ਲਈ ਮੈਂ ਕਿਹਾ ਸੀ ਵੀ ਜਿਹੜਾ ਪੈਰੋਲ ਦਾ ਇਹਨੂੰ ਰਿਲੀਜ਼ ਕਰ ਰਹੇ ਨੇ, ਇਹ ਕਦੇ 24 ਘੰਟੇ, ਕਦੇ 48 ਘੰਟੇ, ਕਦੇ ਡੇ ਜਦ ਤੱਕ ਸਨਲਾਈਟ ਨਹੀਂ ਉਹ ਹੁੰਦੀ ਉਦੋਂ ਤੱਕ ਲਈ, ਇਹ ਚੀਜ਼ਾਂ ਆਊਟ ਆਫ ਦਾ ਬਾਕਸ ਕਰ ਰਹੇ, ਇੱਕ ਰੋਂਗ ਮੈਸੇਜ ਪਬਲਿਕ ਦੇ ਵਿੱਚ ਛੱਡਦੇ ਨੇ। ਜੋ ਨਿਆਂ ਪਸੰਦ ਲੋਕ ਨੇ ਜਾਂ ਜੋ ਵਿਕਟਮ ਨੇ
ਜਾਂ ਜੀ ਜੋ ਵਿਟਨੈਸ, ਉਹਨਾਂ ਲੋਕਾਂ ਤੇ ਕੀ ਬੀਤੂਗੀ ਵੀ ਜੇ ਕੋਈ ਮਰਡਰ ਕਰ ਦਿੰਦਾ, 307 ਕਰ ਦਿੰਦਾ ਪਿੰਡ ਦੇ ਵਿੱਚ, ਆਪਦੇ ਪਿੰਡ ਦੇ ਵਿੱਚ ਕਿਸੇ ਨੇ ਮਰਡਰ ਕੀਤਾ, ਉਹਨੂੰ ਤਾਂ ਪਰੋਲ ਨਹੀਂ ਦਿੰਦੀਆਂ ਕੋਰਟਸ, ਤੇ ਇਹਨੂੰ ਵੀ ਕੋਰਟਸ ਰਿਜੈਕਟ ਕਰ ਚੁੱਕੀਆਂ। ਪਰ ਜੇ ਸਰਕਾਰਾਂ ਦੇ ਹੱਥ ਆਵੇ ਤਾਂ ਉਹ ਆਪਦੇ ਮਨਸਾ ਹੁੰਦੀ ਆ। ਹੁਣ ਇਲਾਹਾਬਾਦ ਇਲੈਕਸ਼ਨ ਹੈ, ਟਾਈਮਿੰਗ ਦੇਖੋ ਤੁਸੀਂ, ਉਧਰੋਂ ਪੰਜਾਬ ਦੀ ਇਲੈਕਸ਼ਨ ਆਉਣ ਵਾਲੀ ਹੈ, ਬੀਜੇਪੀ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਵੀ ਤੰਗ ਹੈ, ਤੇ ਇਹ ਬੰਦਾ ਆਪਦੇ ਆਪ ਨੂੰ ਐਸਟੈਬਲਿਸ਼ ਕਰ ਚੁੱਕਿਆ ਵੀ ਇਹ ਸ਼ਰਾਰਤੀ ਐਕਟੀਵਿਟੀਜ਼ ਕਰਕੇ ਹਾਲਾਤਾਂ ਨੂੰ ਵਿਗਾੜ ਸਕਦਾ। ਇਹ ਵੀ ਕਿਹਾ ਜਾਂਦਾ ਵੀ ਜਿਹੜਾ ਹਰਿਆਣੇ ਦੇ ਵਿੱਚ ਜਾਨ ਮਾਲ ਦਾ ਨੁਕਸਾਨ ਹੋਇਆ ਪਹਿਲਾਂ ਜਾਟ ਅੰਦੋਲਨ ਦੇ ਵਿੱਚ, ਉਹਦੇ ਵਿੱਚ ਇਹਦੇ ਬੰਦੇ ਸੀਗੇ। ਉਦੋਂ ਬਾਅਦ ਪੰਚਕੂਲਾ ਵਾਇਲੈਂਸ ਦੇ ਵਿੱਚ ਇਹਦਾ ਰੋਲ ਆ ਰਿਹਾ। ਮੌੜ ਬਲਾਸਟ ਜੋ ਪਿਛਲੀ ਇਲੈਕਸ਼ਨ ਦੇ ਦੌਰਾਨ ਹੀ ਬੀਤਿਆ ਹੈ, ਉਹਦੇ ਵਿੱਚ ਵੀ ਡੇਰਾ ਹੈਡ ਦਾ ਰੋਲ ਸੀਗਾ। ਤਾਂ ਇਲੈਕਸ਼ਨਾਂ ਦੇ ਦੌਰਾਨ ਇਹ ਤਾਂ ਐਕਟੀਵਿਟੀਜ਼ ਜਿਹੜੀਆਂ ਨੇ ਇਹੋ ਜਿਹੀਆਂ ਕਰਦਾ ਰਿਹਾ, ਜਿਹਦੇ ਨਾਲ ਕਿਤੇ ਨਾ ਕਿਤੇ ਵੋਟਰ ਨੂੰ ਇਨਫਲੂਐਂਸ ਕੀਤਾ ਜਾਵੇ। ਤੇ ਹੁਣ ਜਿਹੜੀ ਇਹ ਰਾਜਨੀਤੀ ਖੇਡ ਰਹੇ ਨੇ, ਇਹਦੀ ਪਰੋਲ ਤੋਂ ਪਹਿਲਾਂ ਜਿਵੇਂ ਇਹਨਾਂ ਨੇ ਇੱਕ ਵੀਡੀਓ ਵਾਇਰਲ ਕੀਤਾ, ਜੋ ਪਾਠੀ ਸਾਹਿਬ 2-3 ਸ਼ਬਦ ਬੜੇ ਅਹਿਮ ਰੂਪ ਚ ਲੈ ਰਹੇ ਨੇ, ਡੇਰਾ ਹੈਡ ਦਾ ਨਾਮ ਲੈ ਰਹੇ ਨੇ, RSS ਦਾ ਨਾਮ ਲੈ ਰਹੇ ਨੇ, ਮੋਦੀ ਦਾ ਨਾਮ ਲੈ ਰਹੇ ਨੇ, ਤੇ ਫਿਰ SC ST ਦਾ ਨਾਮ ਲੈ ਰਹੇ ਨੇ। ਇਹ ਤਿੰਨੇ ਚੀਜ਼ਾਂ ਨੂੰ ਇੱਕ ਤਰ੍ਹਾਂ ਇਹ ਪੋਰਟਰੇ ਕੀਤਾ ਜਾ ਰਿਹਾ ਵੀ ਇਹਨਾਂ ਨੂੰ ਬੈਨੀਫਿਟ ਜੇ ਦਿਵਾਉਣਾ ਹੈ, ਤੇ ਡੇਰਾ ਹੈਡ ਇੱਕ ਪਾਸੇ ਹੈ, ਤੇ ਬੀਜੇਪੀ ਦੀ ਜਿਹੜੀ ਇੱਕ ਤਰੀਕੇ ਦੀ ਚਾਲ ਹੈ। ਹੁਣ ਇਹਨੂੰ ਰਿਲੀਜ਼ ਕਰਨਾ ਕੋਰਟਾਂ ਤੋਂ ਤਾਂ ਨਹੀਂ ਆਰਡਰ ਹੋਏ, ਉਹ ਤਾਂ ਐਡਮਿਨਿਸਟ੍ਰੇਸ਼ਨ ਨੇ ਕੀਤੇ ਨੇ। ਤਾਂ ਐਡਮਿਨਿਸਟ੍ਰੇਸ਼ਨ ਜਿਹੜੀ ਹਰਿਆਣਾ ਸਰਕਾਰ ਦੇ ਅੰਡਰ ਹੈ, ਤੇ ਕਿਤੇ ਨਾ ਕਿਤੇ ਉਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕ੍ਰੀਏਟ ਹੋਣ ਵਾਲੇ ਗਲਤ ਡਿਸੀਜਨ ਜਿਹੜੇ ਲੈ ਰਹੀ ਹੈ, ਜਿਹਦੇ ਨਾਲ ਜੋ ਲੋਕ ਇਹੋ ਜਿਹਾ ਸੰਘਰਸ਼ ਜਾਂ ਇਹੋ ਜਿਹੀ ਲੜਾਈ ਲੜ ਰਹੇ ਨੇ, ਉਹਨਾਂ ਦੇ ਦਿਲ ਦੇ ਵਿੱਚ ਇਹ ਡਰ ਪੈਦਾ ਹੁੰਦਾ ਵੀ ਸਰਕਾਰਾਂ ਤਾਂ ਭਾਈ ਆਮ ਇਨਸਾਨ ਦੀ ਹੈਲਪ ਨਹੀਂ ਕਰਨਗੀਆਂ, ਇਹ ਤਾਂ ਵੋਟ ਬੈਂਕ ਦੇ ਲਈ ਕਿਸੇ ਵੀ ਅਪਰਾਧੀ ਨੂੰ ਕਦੇ ਵੀ ਛੱਡ ਸਕਦੀਆਂ ਨੇ। ਅੱਛਾ ਜੋਸ਼ੀ ਸਾਹਿਬ, ਤੁਸੀਂ ਬੜੀ ਡਿਟੇਲ 'ਚ ਇਹ ਸਾਰਾ ਕੁਝ ਹੁਣ ਤੱਕ ਸਮਝਾਇਆ। ਅਜੇ ਵੀ ਲੋਕ ਮਨਾਂ ਦੇ ਵਿੱਚ ਜਿਹੜਾ ਬੇਅਦਬੀ ਵਾਲਾ ਕਾਂਡ ਤਾਂ ਹੈਗਾ ਹੀ ਹੈਗਾ, ਇਹਦੇ ਤੋਂ ਬਿਨਾਂ ਅਜੇ ਕਿਹੜੇ ਕਿਹੜੇ ਕੇਸ ਪੈਂਡਿੰਗ ਨੇ ਇਹ ਡੇਰਾ ਸਿਰਸਾ ਮੁਖੀ ਦੇ ਖਿਲਾਫ, ਜਿਨ੍ਹਾਂ ਦੇ ਵਿੱਚ ਫੈਸਲਾ ਆਉਣ ਵਾਲਾ, ਜਾਂ ਉਹ ਕੀ ਸਟੇਟਸ ਹੈ ਜੀ ਉਹਨਾਂ ਦਾ? ਦੇਖੋ ਜੀ, ਪਹਿਲਾਂ ਤਾਂ ਛਤਰਪਤੀ ਮਰਡਰ ਕੇਸ ਦੇ ਵਿੱਚ ਕਨਵਿਕਸ਼ਨ ਹੋ ਚੁੱਕੀ, ਉਹਦੀ ਅਪੀਲ ਜੋ ਹੈ ਹਾਈ ਕੋਰਟ ਦੇ ਵਿੱਚ ਹੈ ਪੈਂਡਿੰਗ। ਰੇਪ ਕੇਸ ਦੇ ਵਿੱਚ ਜੋ ਹੈ ਇਹਨੂੰ ਕਨਵਿਕਸ਼ਨ ਹੋ ਚੁੱਕੀ ਹੈ। ਇਹ ਤੋਂ ਇਲਾਵਾ CBI ਕੋਰਟ ਦੇ ਵਿੱਚ ਹੀ ਰਣਜੀਤ ਮਰਡਰ ਕੇਸ ਜੋ ਹੈ ਉਹਦੀ ਜੋ ਹੈ ਉਹਦਾ ਡਿਸੀਜਨ ਆਉਣ ਵਾਲਾ ਹੈ। ਤੇ ਇਸ ਤੋਂ ਇਲਾਵਾ ਇੱਕ ਕਾਸਟ੍ਰੇਸ਼ਨ ਦਾ ਕੇਸ ਹੈ, ਜਿਹਦੇ ਵਿੱਚ ਇਹਨੇ 400 ਤੋਂ ਉੱਪਰ ਲੋਕਾਂ ਨੂੰ ਜੋ ਹੈ ਨਪੁੰਸਕ, ਜੋ ਇਹਦੇ ਸ਼ਰਧਾਲੂ ਸੀ ਜਾਂ ਇਹਦੇ ਸਾਧੂ ਸੀ ਜਾਂ ਇਹਨੂੰ ਸਮਰਪਿਤ ਬੰਦੇ ਸੀ, ਉਹਨਾਂ ਦੇ ਆਪਰੇਸ਼ਨ ਕਰਾ ਕੇ ਉਹਨਾਂ ਨੂੰ ਜੋ ਹੈ ਨਪੁੰਸਕ ਬਣਾ ਦਿੱਤਾ। ਤਾਂ ਉਹ ਕੇਸ ਜਿਹੜਾ ਹੈ ਹਜੇ ਪੈਂਡਿੰਗ ਹੈ। ਇਹ ਤੋਂ ਇਲਾਵਾ ਫਕੀਰ ਚੰਦ ਮਰਡਰ ਕੇਸ ਜੋ ਤੁਹਾਨੂੰ ਦੱਸਿਆ ਵੀ CBI ਨੇ ਜਿਹਦੇ ਵਿੱਚ ਕਲੋਜ਼ਰ ਪਾਤੀ ਸੀ, ਉਹ ਵੀ ਹਜੇ ਪੈਂਡਿੰਗ ਹੈ, ਕਿਉਂਕਿ ਉਸ ਕਲੋਜ਼ਰ ਰਿਪੋਰਟ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਹੋਇਆ। ਤੇ ਇਹ ਤੋਂ ਇਲਾਵਾ ਮੌੜ ਬੰਬ ਬਲਾਸਟ ਦੇ ਵਿੱਚ ਇਹਦਾ ਨਾਮ ਆ ਰਿਹਾ, ਜਿਹਦੀ ਜੋ ਹੈ ਪੜਤਾਲ ਹਜੇ ਜੋ ਇਨਵੈਸਟੀਗੇਸ਼ਨ ਹੈ ਉਹਦੀਆਂ ਡਾਇਰੈਕਸ਼ਨਾਂ ਹਾਈ ਕੋਰਟ ਨੇ ਜੋ SIT ਨੂੰ ਦਿੱਤੀਆਂ ਸੀ, ਨਾਲੇ ਕਿਹਾ ਸੀ ਵੀ ਇਨਵੈਸਟੀਗੇਟ ਕਰੋ। ਉਹ ਵੀ ਹਜੇ ਮਾਮਲਾ ਜੋ ਹੈ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ। ਬੇਅਦਬੀ ਵਾਲੇ ਮਾਮਲੇ ਦੇ ਵਿੱਚ ਵੀ ਤਾਰਾਂ ਜੋ ਹੈ ਡੇਰਾ ਸੱਚਾ ਸੌਦਾ ਨਾਲ ਜੁੜਦੀਆਂ ਨੇ, ਤੇ ਇਹਦਾ ਨਾਮ ਵੀ ਕਲੀਅਰ ਕੱਟ ਆਉਂਦਾ ਹੈ, ਐਵੀਡੈਂਸ ਵੀ ਹੈ, ਉਹ ਵੀ ਜੋ ਹੈ ਇਹਦੇ ਖਿਲਾਫ ਪੈਂਡਿੰਗ ਹੈ। ਤਾਂ ਇਹ ਸਾਰੇ ਮਾਮਲੇ ਨੇ ਜੋ ਇਹਦੇ ਖਿਲਾਫ 9-10 ਮਾਮਲੇ ਨੇ ਜੋ ਹਜੇ ਵੀ ਪੈਂਡਿੰਗ ਨੇ। ਅੱਛਾ ਜੀ। ਅੱਛਾ ਜੋਸ਼ੀ ਸਾਹਿਬ, ਇਹ ਸਾਰੇ ਕੁਝ ਦੇ ਵਿੱਚ ਇਸ ਵਕਤ ਤੁਸੀਂ ਜੋ ਆਪਣੀ ਜਥੇਬੰਦੀ ਵੱਲੋਂ ਕਰ ਰਹੇ ਹੋ, ਉਹਦੇ ਵੱਲੋਂ ਤੁਸੀਂ ਕੀ ਡਿਮਾਂਡ ਰੱਖਦੇ ਹੋ, ਜਾਂ ਲੋਕਾਂ ਕੋਲੋਂ ਕੀ ਸਹਿਯੋਗ ਚਾਹੁੰਦੇ ਹੋ, ਜਾਂ ਕੋਈ ਐਸੀ ਗੱਲ ਜਿਹੜੀ ਮੈਂ ਪੁੱਛਣੀ ਭੁੱਲ ਗਿਆ ਹੋਵਾਂ ਤੁਸੀਂ ਸਾਡੇ ਇਸ ਪਲੇਟਫਾਰਮ ਤੋਂ ਕਰਨੀ ਚਾਹੋ ਜੀ, ਜ਼ਰੂਰ ਕਰੋ। ਬਸ ਜੀ, ਜਥੇਬੰਦੀ ਦੇ ਵੱਲੋਂ ਅਸੀਂ ਜੋ ਇਹ ਆਮ ਤੌਰ ਤੇ ਕਿਹਾ ਜਾਂਦਾ ਸੀ ਵੀ ਡੇਰਾ ਗੁਰਮੀਤ ਰਾਮ ਰਹੀਮ ਦਾ ਜਦੋਂ ਨਾਮ ਆ ਜਾਂਦਾ ਹੈ ਤਾਂ ਕਿਤੇ ਪੋਲੀਟੀਕਲ ਪਾਰਟੀਆਂ ਜਾਂ ਪ੍ਰਸ਼ਾਸਨ ਉਹਦੇ ਵਿੱਚ ਐਕਸ਼ਨ ਨਹੀਂ ਲੈਂਦਾ, ਜਾਂ ਉਹਨਾਂ ਦੀ ਜਾਂਚ ਢਿੱਲੀ ਪੈ ਜਾਂਦੀ ਹੈ, ਕਿਉਂਕਿ ਉਹਦਾ ਇੱਕ ਯੂਨਾਈਟਿਡ ਵੋਟ ਬੈਂਕ ਹੈ। ਤੇ ਇਸੇ ਚੀਜ਼ ਨੂੰ ਅੱਖਾਂ ਖੋਲਣ ਲਈ ਪ੍ਰਸ਼ਾਸਨ ਦੀਆਂ ਜਾਂ ਸਰਕਾਰਾਂ ਦੀਆਂ ਵੀ ਇਸ ਗੱਲ ਤੋਂ ਲੋਕ ਬਹੁਤ ਆਹਤ ਹੋਏ ਹੋਏ ਨੇ। ਤੇ ਇੱਕ ਪਬਲਿਕ ਮੈਂਡੇਟ ਦਰਸਾਉਣ ਦੇ ਲਈ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਇੱਕ ਸਾਈਨ ਅ ਪਟੀਸ਼ਨ ਕੈਂਪੇਨ ਅਸੀਂ ਸ਼ੁਰੂ ਕੀਤੀ ਹੈ। ਉਹ ਸਾਡੀ ਵੈਬਸਾਈਟ ਹੈ www.punjabmangdainsaf.com, ਜਿਹਦੇ ਉੱਤੇ ਕੋਈ ਵੀ ਵਿਅਕਤੀ ਜੋ ਹੈ ਉਹ ਆਪਣਾ ਨਾਮ, ਆਪਣਾ ਡਿਸਟ੍ਰਿਕਟ, ਆਪਦਾ ਕੰਟੈਕਟ ਨੰਬਰ ਦੇ ਕੇ ਆਪਦੇ ਆਪ ਨੂੰ ਰਜਿਸਟਰ ਕਰਾ ਸਕਦਾ ਹੈ। ਤੇ ਉਹ ਤੋਂ ਇਲਾਵਾ ਜਿਹੜੇ ਲੋਕ ਟੈਕਸ ਵੀ ਨਹੀਂ ਹੈਗੇ ਜਾਂ ਵੈਬਸਾਈਟ ਨੂੰ ਨਹੀਂ ਉਹ ਕਰ ਸਕਦੇ, ਤਾਂ ਸਾਡਾ ਪਲਾਨ ਹੈ ਵੀ ਇਹ ਡਿਸਟ੍ਰਿਕਟ ਲੈਵਲ ਤੇ, ਬਲਾਕ ਲੈਵਲਸ ਤੇ ਜਾ ਕੇ ਅਸੀਂ ਇਹ ਹਾਰਡ ਕਾਪੀਜ਼ ਵੀ ਇੱਕ ਫਾਰਮ ਦੇ ਰੂਪ ਦੇ ਵਿੱਚ ਜੋ ਹੈ ਅਲੱਗ-ਅਲੱਗ ਪੰਚਾਇਤਾਂ ਨੂੰ ਮਿਲ ਕੇ ਉਹਨਾਂ ਤੋਂ ਸਾਈਨ ਕਰਾਵਾਂਗੇ।
ਜਿਹਦੇ ਵਿੱਚ ਲੋਕ ਜੋ ਹੈ ਆਪਣਾ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਜੋ ਉਹਨਾਂ ਦੇ ਦਿਲਾਂ ਦੇ ਵਿੱਚ ਰੋਸ਼ ਹੈ ਤੇ ਜੋ ਇਸ ਮਾਮਲੇ ਦੇ ਵਿੱਚ ਆਪਦਾ ਯੋਗਦਾਨ ਜਾਂ ਸਹਿਯੋਗ ਪਾਉਣਾ ਚਾਹੁੰਦੇ ਆ, ਆਪਦੀ ਸ਼ਮੂਲੀਅਤ ਕਰਨਾ ਚਾਹੁੰਦੇ ਆ, ਉਹ ਉਸ ਫਾਰਮ ਨੂੰ ਭਰ ਕੇ ਜਾਂ ਸਾਡੀ ਵੈਬਸਾਈਟ ਤੇ ਰਜਿਸਟਰ ਕਰਕੇ ਸਰਕਾਰਾਂ ਨੂੰ ਦਿਖਾਉਣ ਲਈ, ਪ੍ਰਸ਼ਾਸਨ ਨੂੰ ਦਿਖਾਉਣ ਲਈ ਵੀ ਕਿਸ ਨੰਬਰ ਦੇ ਕਿੰਨੇ ਜ਼ਿਆਦਾ ਲੋਕ ਨੇ, ਇਰਰਿਸਪੈਕਟਿਵ ਆਫ ਰਿਲੀਜਨ, ਕਾਸਟ, ਏਜ, ਜੋ ਹੈ ਇਸ ਵੈਬਸਾਈਟ ਤੇ ਰਜਿਸਟਰ ਕਰਕੇ ਸਰਕਾਰਾਂ ਨੂੰ ਇੱਕ ਜਨਰਲ ਪਬਲਿਕ ਦਾ ਮੈਂਡੇਟ ਦਿੱਤਾ ਜਾ ਸਕਦਾ ਹੈ। ਦੂਜੀ, ਇਹ ਵੈਬਸਾਈਟ ਦੇ ਉੱਤੇ ਜਿੰਨੀ ਵੀ ਇਨਫੋਰਮੇਸ਼ਨ ਹੈ ਬੇਅਦਬੀ ਮਾਮਲਿਆਂ ਨੂੰ ਲੈ ਕੇ ਜਾਂ ਗੋਲੀकांड ਨੂੰ ਲੈ ਕੇ, ਕਿਉਂਕਿ ਸਾਡੀ ਗੱਲਬਾਤ ਉਹ ਪੀੜਤ ਪਰਿਵਾਰ ਨਾਲ ਜੋ ਉੱਥੇ ਸ਼ਹੀਦ ਹੋਏ ਨੇ ਉਹਨਾਂ ਨਾਲ ਵੀ ਹੈ ਤੇ ਉਹ ਵੀ ਇਹਦੇ ਵਿੱਚ ਸਾਨੂੰ ਸਹਿਯੋਗ ਕਰ ਰਹੇ ਨੇ, ਜਿਹਦੇ ਵਿੱਚ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਡਿਟੇਲਸ ਉਹ ਸਾਨੂੰ ਪ੍ਰੋਵਾਈਡ ਕੀਤੀਆਂ। ਅਸੀਂ ਉਹ ਸਾਰੀ ਇਨਫੋਰਮੇਸ਼ਨ ਵੀ ਕੋਈ ਪੋਲੀਟੀਕਲ ਬੰਦਾ ਆਮ ਜਨਤਾ ਨੂੰ, ਆਮ ਲੋਕਾਂ ਨੂੰ ਜਾਂ ਪੰਜਾਬ ਦੀ ਆਵਾਮ ਨੂੰ ਗੁੰਮਰਾਹ ਨਾ ਕਰ ਸਕੇ, ਕਿਉਂਕਿ ਇਹ 3 ਅਲੱਗ-ਅਲੱਗ ਕੇਸ ਨੇ ਜਿਨ੍ਹਾਂ ਦੀ ਅਲੱਗ-ਅਲੱਗ ਜਾਂਚ ਚੱਲ ਰਹੀਆਂ ਨੇ। ਉਹ ਸਾਰੀ FIRਾਂ, ਸਾਰੇ ਚਾਰਜ ਸ਼ੀਟ, ਸਾਰੇ ਕੋਰਟ ਦੇ ਆਰਡਰ ਜਾਂ ਪਟੀਸ਼ਨਾਂ ਅਸੀਂ ਇਸ ਵੈਬਸਾਈਟ ਤੇ ਜਨਤਕ ਵੀ ਕਰ ਰਹੇ ਹਾਂ ਪਬਲਿਕ ਅਵੇਅਰਨੈਸ ਦੇ ਲਈ। ਬਿਲਕੁਲ ਠੀਕ। ਜੋਸ਼ੀ ਸਾਹਿਬ, ਤੁਸੀਂ ਸਮਾਂ ਕੱਢਿਆ ਜੀ, ਇੰਨੀ ਡਿਟੇਲ ਦੇ ਵਿੱਚ ਬਹੁਤ ਸਾਰੇ ਪਹਿਲੂ ਇਸ ਸਾਰੇ ਕੁਛ ਨਾਲ ਸੰਬੰਧਿਤ ਸਮਝਾਏ। ਤੁਹਾਡਾ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ। ਨਾਲੇ ਮੈਂ क्षमा ਚਾਹਾਂਗਾ ਜੇ ਕੋਈ ਮੈਥੋਂ ਕਹਿਣ ਲੱਗੇ, ਕੋਈ ਗੱਲ ਕਰਨ ਲੱਗੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਤੁਹਾਡੇ ਸਰੋਤਿਆਂ ਤੋਂ ਮੈਂ क्षमा ਵੀ ਚਾਹੂੰਗਾ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਇਹ ਸਾਂਝੀ ਰਵਨੀਤ ਸਿੰਘ ਜੋਸ਼ੀ ਜਿਹੜੇ ਕਿ ਐਡਵੋਕੇਟ ਨੇ ਸੁਪਰੀਮ ਕੋਰਟ ਦੇ ਵਿੱਚ, ਤੇ ਉਹ ਕਿਹੜੇ ਕੇਸ ਨਾਲ ਕਿਵੇਂ ਜੁੜੇ ਹੋਏ ਨੇ ਉਹ ਵੀ ਤੁਸੀਂ ਸੁਣ ਲਿਆ, ਦੇਖ ਲਿਆ। ਜੋ ਕੁਛ ਇਸ ਸਾਰੇ ਕੁਛ ਨਾਲ ਸਰਕਾਰੀ ਦਰਬਾਰੇ ਹੋ ਰਿਹਾ, ਜੋ ਕਾਨੂੰਨੀ ਤੌਰ ਤੇ ਹੋ ਰਿਹਾ, ਉਹ ਵੀ ਤੁਹਾਨੂੰ ਪਤਾ ਲੱਗ ਗਿਆ। ਤੇ ਇਸ ਵਕਤ ਜੋ ਸਥਿਤੀ ਹੈ ਉਹਦੇ ਬਾਰੇ ਵੀ ਮੇਰਾ ਖਿਆਲ ਤੁਹਾਨੂੰ ਪਿਕਚਰ ਕਲੀਅਰ ਹੋ ਗਈ ਹੋਣੀ ਆ। ਸੋ ਜਿਹੜੀ ਚੀਜ਼ ਉਹਨਾਂ ਨੇ ਕਹੀ ਕਿ ਉਹਨਾਂ ਦੀ ਵੈਬਸਾਈਟ ਹੈ, ਉਹ ਇੱਕ ਇਨੀਸ਼ੀਏਟਿਵ ਲੈ ਰਹੇ ਨੇ, ਜੇ ਤੁਸੀਂ ਉਹਦੇ ਨਾਲ ਜੁੜਨਾ ਚਾਹੋ ਤਾਂ ਜ਼ਰੂਰ ਤੁਸੀਂ ਆਪਣਾ ਪਾਰਟਿਸਿਪੇਟ ਉਹਦੇ ਵਿੱਚ ਕਰ ਸਕਦੇ ਹੋ। ਇੱਕ ਮੈਂ ਬੇਨਤੀ ਜ਼ਰੂਰ ਕਰਾਂ ਕਿ ਪ੍ਰਾਈਮ ਏਸ਼ੀਆ TV ਦਾ ਪਲੇਟਫਾਰਮ ਹਰੇਕ ਦੇ ਲਈ ਖੁੱਲ੍ਹਾ ਹੈ। ਜੇਕਰ ਜੋਸ਼ੀ ਸਾਹਿਬ ਨੇ ਜੋ ਕੁਝ ਕਿਹਾ, ਇਹ ਸਾਰੇ ਕੁਛ ਨੂੰ ਕੋਈ ਕਾਊਂਟਰ ਵੀ ਕਰਨਾ ਚਾਹੇ, ਕੋਈ ਦੂਸਰਾ ਪੱਖ ਵੀ ਦੱਸਣਾ ਚਾਹੇ, ਤਾਂ ਅਸੀਂ ਉਹਨਾਂ ਦਾ ਵੀ ਵੈਲਕਮ ਕਰਦੇ ਹਾਂ। ਸੋ ਸਾਡੀ ਕੋਸ਼ਿਸ਼ ਸਿਰਫ ਇਹ ਹੁੰਦੀ ਹੈ ਕਿ ਜੋ ਚੀਜ਼ ਜਿੰਨੀ ਸਹੀ ਸਟੀਕ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾ ਸਕੇ ਅਸੀਂ ਉਹ ਪਹੁੰਚਾਈਏ, ਕਿਉਂਕਿ ਪ੍ਰਾਈਮ ਏਸ਼ੀਆ TV ਤੁਹਾਡਾ ਆਪਣਾ ਤੇ ਤੁਹਾਡੇ ਲਈ ਹੈ। ਹੁਣ ਦਿਓ ਇਜਾਜ਼ਤ ਗੁਰਪ੍ਰੀਤ ਸੰਧਾਵਾਲੀਆ ਨੂੰ। ਸਤਿ ਸ਼੍ਰੀ ਅਕਾਲ।